SSM ਦੇ ਨਾਲ ਤੁਹਾਡੀ ਗੱਲਬਾਤ ਚੱਲੀ ਤਾਂ SSM ਦੇ ਨਾਲ ਤੁਸੀਂ SSM ਕਰਕੇ ਆਪਣੀਆਂ ਬਾਕੀ ਟਿਕਟਾਂ ਅਨਾਉਂਸਮੈਂਟ ਆ ਜਿਹੜੀ ਨਹੀਂ ਸੀ ਕੀਤੀ ਤਾਂ SSM ਦੇ ਨਾਲ ਤੁਹਾਡਾ ਰੌਲਾ ਕੀ ਹੋਇਆ? ਟਿਕਟਾਂ ਦਾ ਰੌਲਾ ਹੈ ਜਾਂ ਜਿਹੜੀ ਗੱਲਬਾਤ ਆ ਉਹ ਟੁੱਟੀ ਕਿੱਥੋਂ? ਉਹਨਾਂ ਲੋਕਾਂ ਨੂੰ ਟਿਕਟ ਦਿੱਤੀ ਜਾਂਦੀ ਜਿਨ੍ਹਾਂ ਦੀ ਹਰਮਨ ਪਿਆਰਤਾ ਸੀ ਜਾਂ ਜਿਹੜੇ ਦਲ ਬਦਲੀ ਕਰਕੇ ਕਿਸੇ ਦੂਸਰੇ ਚੋਂ ਨਹੀਂ ਸੀ ਆਏ। ਆਪਾਂ ਖੇਤ ਕਿਸਾਨ ਤੇ ਮਜ਼ਦੂਰ ਦਾ ਨਾਅਰਾ ਲਾਉਂਦੇ ਰਹੇ, ਪਰ ਅਸਲ ਮਜ਼ਦੂਰ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਜਗ੍ਹਾ ਤੇ ਹੀ ਅਪਲਾਈ ਕੀਤਾ ਸੀ, ਲੋਕ ਅਧਿਕਾਰ ਲਹਿਰ ਵੱਲੋਂ ਕਰਵਾਇਆ ਗਿਆ ਸੀ, ਉਹਨੂੰ ਵੀ ਟਿਕਟ ਨਹੀਂ ਦਿੱਤੀ ਗਈ। ਬਹੁਤ ਸਾਰੀਆਂ ਟਿਕਟਾਂ ਇਸ ਤਰ੍ਹਾਂ ਦਿੱਤੀਆਂ ਗਈਆਂ ਜਿਹੜੇ ਲੋਕਾਂ ਦੀ ਬੈਕਗਰਾਊਂਡ ਜਿਹੜੀ ਹੈਗੀ ਆ ਉਹ ਬਹੁਤ ਹੀ ਅੱਛੀ ਨਹੀਂ ਸੀ, ਜਾਂ ਤਾਂ ਅਕਾਲੀ ਦਲ ਦੇ ਵਿੱਚ ਰੇਤਾ ਬੱਜਰੀ ਵੇਚਦੇ ਰਹੇ, ਜਾਂ ਉਹ ਬੰਦੇ ਭਾਜਪਾ ਦੇ ਵਿੱਚ ਸਰਗਰਮ ਰਹੇ। ਉਹਨਾਂ ਉਮੀਦਵਾਰਾਂ ਨੂੰ ਟਿਕਟਾਂ ਦੇ ਦਿੰਦੀਆਂ ਨੇ ਜਿਹੜੇ ਇੱਕ ਤੋਂ ਦੂਜੇ ਪਾਸੇ ਜਾਂਦਾ ਜਾਂ ਜਿਵੇਂ ਉਹਨਾਂ ਨੂੰ ਸਹੀ ਲੱਗਦਾ ਆ। ਹੁਣ ਤੁਸੀਂ ਕਹਿ ਰਹੇ ਹੋ ਕਿ SSM ਨੇ ਵੀ ਇੱਦਾਂ ਕੀਤਾ, ਤੇ ਜਿਹੜੇ ਆਦਰਸ਼ਾਂ ਦੀ ਗੱਲ ਲੋਕ ਅਧਿਕਾਰ ਲਹਿਰ ਕਰ ਰਹੀ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਜਦੋਂ ਸਾਰਾ ਸਿਸਟਮ ਕਰਪਟ ਹੋ ਚੁੱਕਿਆ, ਸਿਸਟਮ ਨੇ ਲੋਕਾਂ ਨੂੰ ਕਰਪਟ ਕਰ ਦਿੱਤਾ ਆ, ਲੋਕ ਆਪ ਖੁਦ ਪੈਸੇ ਦੇ ਕੇ ਕੰਮ ਕਰਾਉਣਾ ਜਿੱਥੇ ਪਸੰਦ ਕਰਦੇ ਨੇ, ਅਜਿਹੇ ਸਿਸਟਮ ਦੇ ਵਿੱਚ ਇਹਨਾਂ ਆਦਰਸ਼ਾਂ ਨੂੰ ਲੈ ਕੇ ਚੱਲਿਆ ਜਾ ਸਕਦਾ? ਇਹਨਾਂ ਆਦਰਸ਼ਾਂ ਦੇ ਵਿੱਚ ਰਹਿ ਕੇ ਰਾਜਨੀਤੀ ਕੀਤੀ ਜਾ ਸਕਦੀ? ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਅੱਜ ਜਿੰਨੀ ਵੀ ਸਿਧਾਂਤਹੀਨ ਰਾਜਨੀਤੀ ਹੋ ਰਹੀ ਹੈ ਉਹਦੇ ਲਈ ਸਾਡੇ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਦੇ ਔਰ ਮੈਂ ਕਹਾਂਗਾ ਕਿ SSM ਦੇ ਆਗੂ ਵੀ ਜ਼ਿੰਮੇਦਾਰ। ਜਦੋਂ ਕੋਈ ਇਲੈਕਸ਼ਨਾਂ ਲੜਦਾ ਆ ਤਾਂ ਜਿੱਤੇ ਹਾਰੇ ਉਸ ਦਾ ਮਕਸਦ ਨਹੀਂ ਹੁੰਦਾ, ਤਾਂ ਚੋਣਾਂ ਦੇ ਵਿੱਚ ਫੰਡ ਇਕੱਠੇ ਕਰਨੇ ਤਾਂ ਬੜੇ ਲੋਕਾਂ ਦਾ ਮਕਸਦ ਹੁੰਦਾ ਹੈ। ਚੋਣਾਂ ਲੜੀਆਂ ਜਾਂਦੀਆਂ ਨੇ, ਟਿਕਟਾਂ ਜਿਹੜੀਆਂ ਖਰੀਦੀਆਂ ਵੇਚੀਆਂ ਤੱਕ ਜਾਂਦੀਆਂ ਨੇ। ਕੀ SSM ਦੇ ਵਿੱਚ ਤੁਸੀਂ ਲੰਬਾ ਸਮਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ ਹੋ, ਤੁਹਾਡੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਟਿਕਟਾਂ ਨੂੰ ਲੈ ਕੇ? ਕੀ ਪਰਦੇ ਪਿੱਛੇ ਇਹ ਗੱਲ ਤਾਂ ਨਹੀਂ ਕਿ ਟਿਕਟਾਂ ਉਸੇ ਢੰਗ ਦੇ ਨਾਲ ਵੇਚੀਆਂ ਖਰੀਦੀਆਂ ਜਾ ਰਹੀਆਂ ਨੇ ਜਾਂ ਫੰਡਾਂ ਦੇ ਲਈ ਟਿਕਟਾਂ ਲਿੱਤੀਆਂ ਜਾ ਰਹੀਆਂ? ਜਿਸ ਢੰਗ ਦੇ ਨਾਲ ਇਹ ਵੰਡ ਹੋਈ ਹੈ ਔਰ ਜਿਸ ਢੰਗ ਦੇ ਨਾਲ ਉਸ ਵੰਡ ਦੀ ਵਿਰੋਧਤਾ ਹੋਈ ਹੈ ਔਰ ਗਲਤ ਬੰਦੇ ਜਿਹੜੇ ਸੀਗੇ ਅੱਗੇ ਲਿਆਂਦੇ ਗਏ ਆ, ਤਾਂ ਇਸ ਗੱਲ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਦੀ ਧੌਣ ਤੇ ਕਿਸੇ ਨੇ ਤਲਵਾਰ ਤੇ ਧਰੀ ਨਹੀਂ ਸੀ। ਪ੍ਰੋਫੈਸਰ ਮਨਜੀਤ ਸਿੰਘ ਵਰਗੇ ਬੰਦੇ ਜਿਹੜੇ ਆਪਦੇ ਆਪ ਨੂੰ ਮਤਲਬ ਬਹੁਤ ਰਾਜਨੀਤੀ ਦੇ ਮਾਹਰ ਦੱਸਦੇ ਆ, ਉਹ ਵਿਚਾਲੇ ਬੈਠੇ ਸੀ ਸਾਰੀਆਂ ਗੱਲਾਂ ਦੇ। ਹਰੇਕ ਟਿਕਟ ਜਿਹੜੀ ਅਨਾਉਂਸ ਕਰਨ ਲਈ ਉਹ ਮੋਢੀ ਰਹੇ ਆ, ਤਾਂ ਫਿਰ ਉਹਨਾਂ ਦੇ ਹੁੰਦਿਆਂ ਜੇ ਇਹਨਾਂ ਦੀਆਂ ਗਲਤੀਆਂ ਹੋ ਗਈਆਂ, ਜਿਹੜੇ ਉਹ ਕਹਿੰਦੇ ਵੀ ਅਸੀਂ ਰਾਜਨੀਤਿਕ ਮਾਹਰ ਹਾਂ, ਤੇ ਇਹਨਾਂ ਗਲਤੀਆਂ ਦੇ ਪਿੱਛੇ ਬਿਨਾਂ ਸ਼ੱਕ ਜਿਹੜਾ ਹੈਗਾ ਬੜਾ ਕੁਝ ਹੋਇਆ ਹੋਏਗਾ, ਸਮਾਂ ਦੱਸੇ। ਤੁਸੀਂ ਦੇਖ ਰਹੇ ਹੋ KTV UK, ਮੈਂ ਅਮਨਦੀਪ ਸਿੰਘ। ਫਤਿਹ ਸਾਂਝੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕਾਂ ਨੂੰ ਲੋਕਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਵਾਲੀ ਲਹਿਰ ਲੋਕ ਅਧਿਕਾਰ ਲਹਿਰ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲੋਕਾਂ ਨੂੰ ਇੱਕ ਬਹੁਤ ਵੱਡਾ ਅਧਿਕਾਰ ਦਿੱਤਾ ਕਿ ਲੋਕ ਆਪਣਾ ਉਮੀਦਵਾਰ ਜਾਂ ਨੇਤਾ ਆਪ ਚੁਣਨ ਅਤੇ ਉਹਨਾਂ ਦੀ ਉਮੀਦਵਾਰੀ ਸਾਡੇ ਕੋਲ ਦਰਜ ਕਰਵਾਉਣ, ਅਤੇ ਉਹ ਲੋਕ ਅਧਿਕਾਰ ਉਹਨਾਂ ਨੂੰ ਟਿਕਟ ਦੇਵੇਗੀ। ਤਾਂ ਇੱਕ ਲੋਕਾਂ ਦੇ ਲਈ ਵੱਡੀ ਪਹਿਲ ਕੀਤੀ ਗਈ ਸੀ। ਉਸ ਤੋਂ ਬਾਅਦ ਲੋਕ ਅਧਿਕਾਰ ਲਹਿਰ SSM ਦੇ ਨਾਲ ਵੀ ਗੱਲਬਾਤ ਚੱਲਦੀ ਹੈ ਕਿ ਸਮਝੌਤਾ ਹੋਵੇਗਾ, ਟਿਕਟਾਂ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈ, ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਮਝੌਤਾ ਟੁੱਟ ਜਾਂਦਾ। ਉਹਦੇ ਕੀ ਕਾਰਨ ਨੇ? ਲੋਕ ਅਧਿਕਾਰ ਲਹਿਰ ਦੇ ਵੱਲੋਂ ਕਿਸਾਨ ਆਗੂ ਤੋਂ ਰਾਜਨੀਤਿਕ ਆਗੂ ਬਣ ਜਾ ਰਹੇ ਜਾਂ ਬਣ ਚੁੱਕੇ ਬਲਵੀਰ ਸਿੰਘ ਰਾਜੇਵਾਲ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਨੇ ਲੋਕ ਅਧਿਕਾਰ ਲਹਿਰ ਨੂੰ ਰੋਲ ਦਿੱਤਾ ਹੈ, ਜਾਂ ਲੋਕ ਅਧਿਕਾਰ ਲਹਿਰ ਦੇ SSM ਦੇ ਨਾਲ ਜੁੜਨ ਤੋਂ ਬਾਅਦ ਰੋਲਣ ਦੇ ਕੀ ਕਾਰਨ ਨੇ? ਸਾਡੇ ਨਾਲ ਅੱਜ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਤੋਂ ਜੁੜੇ ਨੇ, ਸਕੱਤਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੰਬੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਨੇ, ਪਰ SSM ਜਿਹੜੀ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਧਿਰ ਸੀ, ਆਖਰ ਉਹਨਾਂ ਦੇ ਨਾਲ ਕੀ ਮਤਭੇਦ ਪੈਦਾ ਹੋਏ? ਸਵਾਗਤ ਕਰਦੇ ਹਾਂ ਜੀ KTV ਚੈਨਲ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦੇਖਣ ਵਾਲਿਆਂ ਦਾ ਔਰ ਤੁਹਾਡਾ ਵੀ ਧੰਨਵਾਦ। ਲੋਕ ਅਧਿਕਾਰ ਲਹਿਰ ਨੂੰ SSM ਨੇ ਰੋਲ ਦਿੱਤਾ, ਇਹ ਗੱਲਾਂ ਕਹੀਆਂ ਜਾ ਰਹੀਆਂ ਨੇ, ਤਾਂ ਕਿਵੇਂ ਰੋਲੀ ਗਈ? ਲੋਕ ਅਧਿਕਾਰ ਲਹਿਰ ਜਿਹੜੀ ਲੋਕਾਂ ਨੂੰ ਇਹ ਗੱਲ ਆਖ ਰਹੀ ਸੀ ਕਿ ਤੁਸੀਂ ਨੁਮਾਇੰਦਾ ਦਿਓ, ਅਸੀਂ ਖੜਾ ਕਰਾਂਗੇ। ਦੇਖੋ, ਉਹਦੇ ਵਿੱਚ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ, ਲਹਿਰ ਨੂੰ ਕੋਈ ਨਹੀਂ ਰੋਕ ਸਕਦਾ। ਲਹਿਰਾਂ ਜਿਹੜੀਆਂ ਹੈਗੀਆਂ ਉਹ ਮੱਠੀਆਂ ਹੋ ਜਾਂਦੀਆਂ ਅਤੇ ਉਸ ਤੋਂ ਬਾਅਦ ਉਤਰਾਅ ਚੜਾਅ ਉਹਨਾਂ 'ਚ ਆਉਂਦੇ ਰਹਿੰਦੇ ਆ। ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਘਰਾਂ ਤੋਂ ਨਿਕਲੇ ਹੀ ਰੋਲਣ ਵਾਸਤੇ ਹਾਂ, ਕਿਉਂਕਿ ਅਸੀਂ ਜਿਸ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਉਹ ਸਾਡੇ ਨਾਲ ਜਿਹੜਾ ਹੈਗਾ ਉਹ ਚੰਗਾ ਵਰਤਾਓ ਨਹੀਂ ਕਰੇਗਾ, ਇਸ ਗੱਲ ਤੋਂ ਅਸੀਂ ਜਾਣੂ ਹਾਂ। ਔਰ ਪਾਣੀ ਦੇ ਵਹਾਅ ਦੇ ਉਲਟ ਚੱਲਣਾ ਜਿਹੜਾ ਹੈਗਾ ਉਹ ਬਹੁਤ ਤਕਲੀਫ ਦੇ ਅਤੇ ਰੁਲਣ ਵਾਲਾ ਹੀ ਹੁੰਦਾ ਹੈ। ਬਾਕੀ ਇਹ ਹੈ ਕਿ SSM ਜਿਹੜਾ ਸੰਯੁਕਤ ਸਮਾਜ ਮੋਰਚਾ ਸੀ, ਉਹਦੇ ਨਾਲ ਸਾਡਾ ਜੁੜਨਾ ਜਿਹੜਾ ਸੀਗਾ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਸੀ। ਹਾਲਾਂਕਿ ਸਾਨੂੰ ਇਸ ਗੱਲ 'ਤੇ ਪਹਿਲੋਂ ਬਹੁਤ ਸ਼ੰਕੇ ਸਨ
ਕਿ ਜਿੰਨੀ ਲੋਕਾਂ ਦੀ ਸੋਚ ਬੁਲੰਦ ਹੋ ਗਈ ਔਰ ਜਿੱਡੀ ਵੱਡੀ ਜਿੱਤ ਜਿਹੜੀ ਹੈਗੀ ਹੈ ਲੋਕਾਂ ਦੀ ਤਾਕਤ ਦੇ ਨਾਲ ਦਿੱਲੀ 'ਚ ਹੋਈ ਹੈ, ਸਾਡੇ ਆਗੂਆਂ ਦੇ ਕੱਦ ਹਾਲੇ ਅਜੇ ਇੰਨੇ ਉੱਚੇ ਨਹੀਂ, ਉਹਨਾਂ 'ਚ ਤਿਆਗ ਦੀ ਭਾਵਨਾ ਦੀ ਘਾਟ ਹੈ। ਔਰ ਇਹ ਜਿਹੜਾ ਖੇਤਰ ਸੀਗਾ ਰਾਜਨੀਤੀ ਦਾ, ਇਹ ਤਾਂ ਬਿਲਕੁਲ ਹੀ ਉਹਦੇ ਨਾਲੋਂ ਵੱਖਰਾ ਖੇਤਰ ਸੀ, ਡਿਫਰੈਂਟ ਸੀ, ਕਿਉਂਕਿ ਰਾਜਨੀਤੀ ਦੇ ਵਿੱਚ ਜਿਸ ਸੂਝ ਦੀ ਲੋੜ ਹੁੰਦੀ ਹੈ, ਉਹ ਜਜ਼ਬੇ ਦੀ ਲੋੜ ਜਿਹੜੀ ਹੈ ਉਹ ਅੰਦੋਲਨ 'ਚ ਜ਼ਿਆਦਾ ਰਹਿੰਦੀ ਹੈ, ਅਤੇ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਬਹੁਤ ਹੋਰ ਤਰ੍ਹਾਂ ਦੀ ਸੂਝ ਦੀ ਜ਼ਰੂਰਤ ਹੁੰਦੀ ਹੈ। ਤਾਂ ਉਹ ਕਮੀਆਂ ਜਿਹੜੀਆਂ ਹੈਗੀਆਂ ਉਹ SSM ਦੇ ਵਿੱਚ ਰਹੀਆਂ, ਔਰ ਚਲੋ ਸਾਨੂੰ ਟਿਕਟ ਨਹੀਂ ਦਿੱਤੀ ਗਈ, ਉਹਦੇ ਬੜੇ ਸਾਰੇ ਕਾਰਨ ਸਨ। ਪਹਿਲੀ ਗੱਲ ਤਾਂ ਇਹ ਹੈ ਕਿ ਮਤਲਬ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹਨੇ ਸਟਾਰਟਿੰਗ ਦੇ ਵਿੱਚ ਹੀ SSM ਦੇ ਆਗੂਆਂ ਦਾ ਇਸ ਗੱਲੋਂ ਵਿਰੋਧ ਕੀਤਾ ਕਿ ਉਹ ਆਮ ਆਦਮੀ ਪਾਰਟੀ 'ਚ ਜਾ ਰਹੇ ਸੀ। ਤਾਂ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਸਰਦਾਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਇੱਕ ਬੇਨਤੀ ਕਰਦਿਆਂ ਇਸ਼ਤਿਹਾਰ ਪਾਇਆ ਸੀ, ਜਿਹਨੂੰ ਬਹੁਤ ਲੱਖਾਂ ਲੋਕਾਂ ਨੇ ਦੇਖਿਆ। ਤਾਂ ਅਸੀਂ ਕਿਹਾ ਸੀ ਕਿ ਰਾਜੇਵਾਲ ਸਾਹਿਬ, ਲੋਕਾਂ ਦੀ ਸਰਕਾਰ ਬਣਾਓ, ਗੁਲਾਮ ਦੇ ਗੁਲਾਮ ਨਾ ਬਣੋ, ਜਾਣੀ ਕੇਜਰੀਵਾਲ ਦੇ ਗੁਲਾਮ ਨਾ ਬਣੋ, ਉਹ ਤਾਂ ਪਹਿਲਾਂ ਗੁਲਾਮ ਹੈ। ਜੇ ਤੁਸੀਂ ਅੰਦੋਲਨ ਨੂੰ ਵੇਚਣਾ ਹੈ ਜਾਂ ਪੰਜਾਬ ਨੂੰ ਵੇਚਣਾ ਹੈ ਤਾਂ ਗੁਲਾਮ ਨੂੰ ਨਾ ਵੇਚੋ, ਮਾਲਕ ਨੂੰ ਵੇਚੋ, ਸਿੱਧੇ ਅਮਿਤ ਸ਼ਾਹ ਤੇ ਮੋਦੀ ਨਾਲ ਹੀ ਰਲ ਜਾਓ। ਤਾਂ ਇਹ ਇੱਕ ਵਿਅੰਗ ਸੀ, ਔਰ ਉਹਨਾਂ ਨੂੰ ਇੱਕ ਬੇਨਤੀ ਵੀ ਸੀ ਕਿ ਤੁਸੀਂ ਲੋਕਾਂ ਦੀ ਸਰਕਾਰ ਬਣਾਓ, ਔਰ ਲੋਕਾਂ ਦੀ ਸਰਕਾਰ ਬਣ ਸਕਦੀ ਸੀ। ਅਜਿਹਾ ਲੋਕ ਅਧਿਕਾਰ ਲਹਿਰ ਦਾ ਮੰਨਣਾ ਹੈ, ਕਿਉਂਕਿ ਜਿਸ ਵੇਲੇ SSM ਮੈਦਾਨ 'ਚ ਆਇਆ ਤਾਂ ਇੱਕਦਮ ਲੋਕਾਂ ਦੀਆਂ ਜਿਹੜੀਆਂ ਆਸਾਂ ਤੇ ਉਮੀਦਾਂ ਸੀ SSM ਤੋਂ ਉਹ ਬਹੁਤ ਵੱਡੀਆਂ ਹੋ ਗਈਆਂ। ਤੁਹਾਨੂੰ ਯਾਦ ਹੋਏਗਾ 2 ਜਨਵਰੀ ਨੂੰ ਜਲੰਧਰ ਜਿਹੜੀ ਮੀਟਿੰਗ ਕੀਤੀ ਸੀ, ਉਹਦੇ 'ਚ ਛੋਟੀਆਂ ਤੇ ਵੱਡੀਆਂ ਜਥੇਬੰਦੀਆਂ ਜਿਹੜੀਆਂ ਸਿੱਧੀਆਂ ਕਿਸਾਨੀ ਦੇ ਨਾਲ ਨਹੀਂ ਸਨ ਜੁੜਦੀਆਂ, ਕਿਸਾਨ ਆਗੂਆਂ ਨਾਲ ਨਹੀਂ ਜੁੜਦੀਆਂ ਸੀ, ਪਰ ਉਹਨਾਂ ਦਾ ਕਿਸਾਨੀ ਅੰਦੋਲਨ 'ਚ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਸੀ ਸਹਿਯੋਗ ਰਿਹਾ। ਉਹਦੇ 'ਚ ਫੌਜੀਆਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸਨ, ਸਾਬਕਾ ਸੈਨਿਕਾਂ ਦੀਆਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸਨ, ਸੋ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਨ, ਵਪਾਰੀਆਂ ਦੀਆਂ ਜਥੇਬੰਦੀਆਂ ਸਨ, ਦੁਕਾਨਦਾਰਾਂ ਦੀਆਂ ਜਥੇਬੰਦੀਆਂ ਸਨ। ਤਾਂ ਉਹਨਾਂ ਸਾਰਿਆਂ ਨੂੰ ਜੇ ਸੱਚਮੁੱਚ ਇੱਕ ਸੱਚੀ ਸੁੱਚੀ ਰਾਜਨੀਤੀ ਦੀ ਭਾਵਨਾ ਦੇ ਨਾਲ ਕਿਸੇ ਇੱਕ ਮਾਡਲ ਨੂੰ ਅੱਗੇ ਰੱਖ ਕੇ, ਪੰਜਾਬ ਮਾਡਲ ਨੂੰ ਅੱਗੇ ਰੱਖ ਕੇ ਸਾਨੂੰ ਕੀ ਜ਼ਰੂਰਤ ਹੈ, ਲੈ ਲਿਆ ਜਾਂਦਾ, ਔਰ ਬਹੁਤ ਅੱਛੇ ਕਿਰਦਾਰ ਜਿਹੜੇ ਸੀਗੇ ਉਹ ਚੁਣ ਕੇ ਅੱਗੇ ਲਿਆਂਦੇ ਜਾਂਦੇ, ਤਾਂ ਬਿਨਾਂ ਸ਼ੱਕ ਪੰਜਾਬ ਦੇ ਵਿੱਚ ਲੋਕਾਂ ਦੀ ਸਰਕਾਰ ਬਣਨ ਦਾ ਇੱਕ ਬਹੁਤ ਅੱਛਾ ਜਿਹੜਾ ਸੀਗਾ ਮੌਕਾ ਸੀ, ਉਹ ਬਣ ਸਕਦਾ ਸੀ। ਮੈਂ ਕਈ ਵਾਰੀ ਸੋਚਦਾ ਹੁਣ ਮਤਲਬ ਇਹਨਾਂ ਦਿਨਾਂ ਦੇ ਵਿੱਚ ਕਿ ਦਿੱਲੀ ਦਾ ਜਿਹੜਾ ਅੰਨਾ ਅੰਦੋਲਨ ਸੀ ਉਹ ਆਪਣੇ ਆਸ਼ਿਆਂ ਦੇ ਵਿੱਚ ਪੂਰੀ ਤਰ੍ਹਾਂ ਫੇਲ ਰਿਹਾ, ਕਿਉਂਕਿ ਲੋਕਪਾਲ ਲਈ ਉਹ ਅੰਦੋਲਨ ਹੋਇਆ ਸੀ ਭ੍ਰਿਸ਼ਟਾਚਾਰ ਦੇ ਖਿਲਾਫ। ਲੋਕਪਾਲ ਹੋਂਦ 'ਚ ਨਹੀਂ ਆ ਸਕਿਆ, ਸਿਰਫ ਇੱਕ ਫੋਕਾ ਵਾਅਦਾ ਜਿਹੜਾ ਸੀਗਾ ਉਹ ਹੋਇਆ। ਅਤੇ ਦਿੱਲੀ ਦਾ ਜਿਹੜਾ ਅੰਦੋਲਨ ਸੀ ਉਹ ਕਾਨੂੰਨਾਂ ਦੀ ਵਾਪਸੀ ਉਹਦੀ ਪਹਿਲੀ ਸ਼ਰਤ ਸੀ, ਔਰ ਉਹ ਪ੍ਰਧਾਨ ਮੰਤਰੀ ਜਿਹੜਾ ਨੋਟਬੰਦੀ ਦੇ ਮਾਮਲੇ ਦੇ ਉੱਤੇ ਆਪਦੀ ਗਲਤੀ ਕਰਕੇ ਉਹਨੇ ਅਹਿਸਾਸ ਨਹੀਂ ਕੀਤਾ। GST ਜਿਹੜਾ ਸੀਗਾ ਬਹੁਤ ਸਾਰੀਆਂ ਖਾਮੀਆਂ ਦੇ ਨਾਲ ਲਿਆਂਦਾ ਗਿਆ, ਔਰ ਉਹਦੇ 'ਚ 1000 ਵਾਰ ਸੋਧ ਕੀਤੀ ਗਈ, ਉਹਨੇ ਉਹਦੇ 'ਤੇ ਕਦੇ ਪਛਤਾਵਾ ਨਹੀਂ ਕੀਤਾ। ਲੋਕਾਂ ਦੇ ਦੁੱਖਾਂ 'ਚ ਅਥਾਹ ਵਾਧਾ ਕੀਤਾ, ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਦੇਸ਼ ਦੀ GDP ਘਟ ਗਈ। ਉਹ ਪ੍ਰਧਾਨ ਮੰਤਰੀ ਜਿਹੜਾ ਕੋਈ ਵੀ ਫੈਸਲਾ ਕਰਕੇ ਕਦੇ ਵਾਪਸ ਨਹੀਂ ਸੀ ਮੁੜਦਾ। ਇਹ ਕਿਸਾਨਾਂ ਦੀ ਔਰ ਖਾਸ ਤੌਰ 'ਤੇ ਪੰਜਾਬੀਆਂ ਦੀ ਇੱਕ ਬੜੀ ਵੱਡੀ ਜਿੱਤ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਫੈਸਲਾ ਵਾਪਸ ਲਿਆ। ਤਾਂ ਇੱਕ ਇਹ ਸਫਲ ਅੰਦੋਲਨ ਆਪਾਂ ਕਹਿ ਸਕਦੇ ਹਾਂ। ਹਾਲਾਂਕਿ ਬਹੁਤ ਕੁਝ ਜਿਹੜਾ ਹੈਗਾ MSP ਦੇ ਮੁੱਦੇ ਨੇ, ਲਖੀਮਪੁਰ ਵਾਲੀ ਘਟਨਾ ਹੈਗੀ ਹੈ, ਇਹ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨੇ, ਉਹਨਾਂ ਦੇ ਸਿਰਾਂ 'ਤੇ ਚੜ੍ਹਿਆ ਹੋਇਆ ਕਰਜ਼ਾ ਹੈ, ਖੁਦਕੁਸ਼ੀਆਂ ਦੇ ਮਸਲੇ ਨੇ, ਖੇਤੀ ਨੂੰ ਕਿਸ ਤਰ੍ਹਾਂ ਉੱਪਰ ਲੈ ਕੇ ਜਾਣਾ ਹੈ, ਦੇਸ਼ ਦੀ ਹੀ ਕੋਈ ਠੀਕ ਢੰਗ ਨਾਲ ਖੇਤੀ ਨੀਤੀ ਨਹੀਂ ਹੈ, ਦੇਸ਼ ਕੋਲੇ ਸਿੰਚਾਈ ਦੇ ਸਾਧਨ ਨਹੀਂ, ਬੜੀਆਂ ਮੁਸ਼ਕਲਾਂ ਨੇ ਕਿਸਾਨਾਂ 'ਤੇ। ਪਰੰਤੂ ਬਾਵਜੂਦ ਇਹਦੇ ਇਹ ਇੱਕ ਜਿੱਤਿਆ ਹੋਇਆ ਅੰਦੋਲਨ ਸੀ। ਸੋ ਹਾਰੇ ਹੋਏ ਅੰਦੋਲਨ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਜਿਹੜੀ ਹੈਗੀ ਹੈ, ਲੋਕਾਂ ਦੇ ਸਹਿਯੋਗ ਦੇ ਨਾਲ ਦਿੱਲੀ ਦੀ ਇੱਕ ਸ਼ਾਨਦਾਰ ਸਰਕਾਰ ਕੱਢ ਲੈਂਦੀ ਹੈ, ਇੱਕ ਹਾਰੇ ਹੋਏ ਅੰਦੋਲਨ ਦੇ ਨਾਲ। ਪਰ ਅਸੀਂ, ਸਾਡੇ ਆਗੂ ਜਿਹੜੇ ਹੈਗੇ ਆ, ਉਹ ਇੱਕ ਬਹੁਤ ਸ਼ਾਨਦਾਰ ਜਿੱਤੇ ਹੋਏ ਅੰਦੋਲਨ ਤੋਂ ਬਾਅਦ ਪੰਜਾਬ ਦੀ ਸਰਕਾਰ ਬਣਾਉਣ ਵਿੱਚ ਸਫਲ ਹੁੰਦੇ ਨਜ਼ਰ ਨਹੀਂ ਆ ਰਹੇ, ਕਿਉਂਕਿ ਉਹਨਾਂ ਨੇ ਬਹੁਤ ਛੋਟੀਆਂ ਗਲਤੀਆਂ ਕਰਕੇ ਇੱਕ ਬਹੁਤ ਵੱਡਾ ਨੁਕਸਾਨ ਆਪਾਂ ਕਹਿ ਲਈਏ ਕਰ ਦਿੱਤਾ ਹੈ। ਕੇਜਰੀਵਾਲ, ਤੁਸੀਂ ਆਖਿਆ ਕਿ ਸਾਨੂੰ ਗੁਲਾਮ ਦੇ ਕੋਲ ਨਾ ਵੇਚੋ,
ਮਾਲਕ ਦੇ ਕੁਲ ਵਿੱਚੋਂ ਅਰਵਿੰਦ ਕੇਜਰੀਵਾਲ ਗੁਲਾਮ ਕਿਵੇਂ ਹੋਏ? ਅਮਿਤ ਸ਼ਾਹ ਦੇ ਗੁਲਾਮ ਨੇ ਉਹ, ਜਾਂ ਗੁਲਾਮ ਕਿਸ ਦੇ ਨੇ ਤੇ ਗੁਲਾਮ ਕਿਵੇਂ ਹੋਏ? ਦੇਖੋ, ਸਵਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਲੋਕਪਾਲ ਦਾ ਵਾਅਦਾ ਕਰਕੇ ਜਿਹੜਾ ਸੀ ਉਹ ਸਰਕਾਰ 'ਚ ਆਏ ਸੀ, ਸਵਰਾਜ ਦਾ ਵਾਅਦਾ ਕਰਕੇ ਸਰਕਾਰ 'ਚ ਆਏ ਸੀ। ਪਰ ਪੂਰੇ ਦੇਸ਼ ਦੇ ਵਿੱਚ ਕਾਂਗਰਸ ਤੇ ਭਾਜਪਾ ਵੱਲੋਂ ਜਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾਂਦੀ ਹੈ, ਸ਼ਖਸੀਅਤ ਦੀ ਰਾਜਨੀਤੀ ਕਹਿ ਦਈਏ, ਉੱਪਰੋਂ ਟਿਕਟਾਂ ਥੋਪਣ ਦੀ ਰਾਜਨੀਤੀ ਕਹਿ ਦਈਏ, ਲੋਕਾਂ ਦਾ ਬਹੁਤ ਸਾਰਾ ਪੈਸਾ ਖਰਚਾ ਕੇ ਮਹਿੰਗੀ ਰਾਜਨੀਤੀ ਕਹਿ ਦਈਏ, ਤਾਂ ਉਹ ਸਾਰਾ ਉਸੇ ਸਿਸਟਮ ਦਾ ਹਿੱਸਾ ਨੇ ਅਰਵਿੰਦ ਕੇਜਰੀਵਾਲ, ਜਿਹੜਾ ਦੇਸ਼ ਦੇ ਵਿੱਚ ਕਾਂਗਰਸ ਤੇ ਭਾਜਪਾ ਚਲਾ ਰਹੀ ਹੈ। ਤਾਂ ਗੁਲਾਮ ਦੇ ਗੁਲਾਮ ਕਹਿਣ ਦਾ ਭਾਵ ਇਹ ਹੈ ਕਿ ਚਾਹੇ ਫਿਰਕਾ ਪ੍ਰਸਤੀ ਦੀ ਗੱਲ ਹੋਵੇ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਤੋਂ ਪਿੱਛੇ ਨਹੀਂ। ਦਿੱਲੀ ਦੇ ਵਿੱਚ ਜਿਸ ਵੇਲੇ ਦੰਗੇ ਹੁੰਦੇ ਆ, ਉਸ ਵੇਲੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਅੱਖਾਂ ਮੁੰਦ ਕੇ ਬੈਠ ਜਾਂਦੀ ਹੈ। ਜਿਸ ਵੇਲੇ ਧਾਰਾ 370 ਦੀ ਗੱਲ ਹੁੰਦੀ ਹੈ, ਜੰਮੂ ਕਸ਼ਮੀਰ ਦੇ 3 ਟੋਟੇ ਕਰ ਦਿੱਤੇ ਜਾਂਦੇ ਆ, ਉਸ ਵੇਲੇ ਅਰਵਿੰਦ ਕੇਜਰੀਵਾਲ ਦੀ ਚੁੱਪ ਖਟਕਦੀ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਉਸੇ ਹੀ RSS ਦਾ ਕਹਿ ਲਓ ਜਾਂ ਕਾਂਗਰਸ ਦੀ ਹਿੰਦੂ ਤਵੀ ਨੀਤੀ ਦਾ ਇੱਕ ਹਿੱਸਾ ਹੈਗੇ ਹੈ, ਜਿਹਦੇ 'ਚ ਇੱਕ ਨਫ਼ਰਤ ਦੀ ਰਾਜਨੀਤੀ ਕੀਤੀ ਜਾਂਦੀ ਹੈ। ਸੋ ਇਸ ਕਰਕੇ ਉਹਦੇ ਨਾਲ ਦੋਸਤੀ ਲਾ ਕੇ ਕੋਈ ਪੰਜਾਬ ਦਾ ਚੰਗਾ ਭਵਿੱਖ ਵੇਖਿਆ ਜਾ ਸਕਦਾ ਹੈ, ਅਜਿਹਾ ਮੇਰਾ ਖਿਆਲ ਹੈ ਕਿ ਦਰਸ਼ਕ ਵੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ, ਉਹ ਸੰਭਵ ਨਹੀਂ ਸੀ। ਸੋ ਇਸ ਕਰਕੇ ਸਾਡਾ ਕਹਿਣਾ ਸੀ ਕਿ ਤੁਸੀਂ ਗੁਲਾਮ ਦੇ ਗੁਲਾਮ ਨਾ ਬਣੋ। ਔਰ ਜੇ ਮਤਲਬ ਅੰਦੋਲਨ ਨੂੰ ਵੇਚਣਾ ਹੀ ਆ ਜਾਂ ਤੁਹਾਡੀ ਇੰਨੀ ਚਾਹਨਾ ਹੈਗੀ ਆ, ਤਾਂ ਫਿਰ ਸਿੱਧੇ ਤੁਸੀਂ ਉਹਨਾਂ ਕੋਲੇ ਵਿਕ ਜਾਓ ਜੇ ਸੌਦੇ ਹੀ ਕਰਨੇ ਆ ਤਾਂ, ਕਿਉਂਕਿ ਇਹ ਇੱਕ ਸੌਦਾ ਹੀ ਸੀ। 59 ਟਿਕਟਾਂ ਤੋਂ ਗੱਲ ਸ਼ੁਰੂ ਹੋ ਕੇ ਹੌਲੀ ਹੌਲੀ ਆਉਂਦਿਆਂ 12-13 ਟਿਕਟਾਂ 'ਤੇ ਆ ਜਾਂਦੀ ਹੈ, ਤਾਂ ਫਿਰ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਵਾਲੀ ਗੱਲ ਦੇ ਵਾਂਗ ਉਸ ਤੋਂ ਬਾਅਦ ਉਹ ਫੈਸਲਾ ਲੈਣਾ, ਤਾਂ ਉਹ ਜਿਹੜਾ ਇਸ ਰਾਜਨੀਤੀ ਦੇ ਜਿਹੜੇ ਮੁੱਢਲੇ ਦਿਨ ਸੀ, ਜਿਨ੍ਹਾਂ 'ਚ ਪਿੜ ਬੰਨਣਾ ਸੀ, ਜਿਨ੍ਹਾਂ 'ਚ ਲੋਕਾਂ ਤੱਕ ਗੱਲ ਲੈ ਕੇ ਜਾਣੀ ਸੀ, ਤਾਂ ਉਹ 3 ਹਫ਼ਤੇ ਦਾ ਸਮਾਂ ਖਰਾਬ ਕਰਨਾ ਜਿਹੜਾ ਹੈਗਾ ਉਹ ਬੜਾ ਵੱਡਾ ਨੁਕਸਾਨ SSM ਦਾ ਹੋਇਆ ਕਿ ਅਰਵਿੰਦ ਕੇਜਰੀਵਾਲ ਨੇ ਜਾਂ ਆਮ ਆਦਮੀ ਪਾਰਟੀ ਨੇ SSM ਦਾ ਜਾਂ ਕਿਸਾਨ ਆਗੂਆਂ ਦਾ ਉਹ ਜਿਹੜਾ ਕੱਦ ਸੀ ਉਸ ਨੂੰ ਘਟਾ ਦਿੱਤਾ ਆ। ਨਹੀਂ, ਦੇਖੋ, ਇਹਦੇ 'ਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ, ਕਿਉਂਕਿ ਜਿਹੜੇ ਦਿਨ ਸੌਦੇਬਾਜ਼ੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਨਾਲ ਖਰਾਬ ਕੀਤੇ ਗਏ, ਉਹਨਾਂ ਦੀ ਭਰਪਾਈ ਤਾਂ ਕਦੇ ਵੀ ਨਹੀਂ ਹੋ ਸਕਦੀ, ਕਿਉਂਕਿ ਉਸ ਵੇਲੇ ਮਤਲਬ ਇੱਕ ਖੂਬਸੂਰਤ ਏਜੰਡਾ ਬਣਾਇਆ ਜਾ ਸਕਦਾ ਸੀ। ਉਸ ਵੇਲੇ ਬਹੁਤ ਧਿਆਨ ਦੇ ਕੇ ਲੋਕਾਂ ਦਾ ਚੁਣਾਵ ਕੀਤਾ ਜਾ ਸਕਦਾ ਸੀ ਹਰ ਹਲਕੇ ਦੇ ਵਿੱਚ, ਹਲਕਾ ਕਮੇਟੀਆਂ ਬਣਾ ਕੇ, ਕਿਉਂਕਿ ਕਿਸਾਨਾਂ ਕੋਲੇ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਅਸੀਂ ਲਗਾਤਾਰ ਸਰਗਰਮੀ ਦੇ ਵਿੱਚ ਸੀ, ਪੂਰਾ 1.25 ਸਾਲ ਜਿਹੜਾ ਹੈਗਾ ਅੰਦੋਲਨ ਚੱਲਦਿਆਂ ਨੂੰ ਹੋ ਗਏ ਸੀ। ਹਰ ਹਲਕੇ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ, ਆਪਾਂ ਚਲੋ ਜੇ ਬੱਤੀਆਂ ਦੀ ਗੱਲ ਕਰਦੇ ਹਾਂ ਤਾਂ ਬੱਤੀਆਂ 'ਚੋਂ ਤੁਸੀਂ ਇਹ ਮੰਨ ਲਓ ਕਿ 10 ਕਿਸਾਨ ਜਥੇਬੰਦੀਆਂ ਜਿਹੜੀਆਂ, ਉਹਨਾਂ ਦਾ ਕੋਈ ਬਹੁਤਾ ਆਧਾਰ ਨਹੀਂ, ਪਰੰਤੂ 22 ਕਿਸਾਨ ਜਥੇਬੰਦੀਆਂ, 12-13 ਜਥੇਬੰਦੀਆਂ ਤਾਂ ਹੁਣ ਚੋਣਾਂ ਦੇ ਪਿੜ ਵਿੱਚ ਜਿਹੜੀਆਂ ਆਈਆਂ ਸੀਗੀਆਂ, ਤਾਂ ਉਹਨਾਂ ਕੋਲੇ ਥੱਲੇ ਇੱਕ ਢਾਂਚਾ ਸੀ। ਤਾਂ ਹਰੇਕ ਹਲਕੇ ਦੇ ਵਿੱਚ ਕਿਤੇ 5 ਜਥੇਬੰਦੀਆਂ, ਕਿਤੇ 10 ਜਥੇਬੰਦੀਆਂ ਦੇ ਮੈਂਬਰ ਲੈ ਕੇ ਹਲਕਾ ਕਮੇਟੀਆਂ ਬਣਾਈਆਂ ਜਾ ਸਕਦੀਆਂ ਸੀ, ਔਰ ਉਹਨਾਂ 'ਤੇ ਜ਼ਿੰਮੇਵਾਰੀ ਸੁੱਟੀ ਜਾ ਸਕਦੀ ਸੀ, ਕਿਉਂਕਿ ਸਾਡੇ ਕੋਲੇ ਸਮਾਂ ਸੀ ਕਿ ਤੁਸੀਂ ਅੱਛੇ ਕਿਰਦਾਰ ਚੁਣੋ, ਔਰ ਜਿਸ ਨੂੰ ਵੀ ਤੁਸੀਂ ਚੁਣ ਕੇ ਲੈ ਕੇ ਆਓਗੇ ਤੁਹਾਡੀ ਜ਼ਿੰਮੇਵਾਰੀ ਹੋਏਗੀ ਕਿ ਉਹਦੀ ਰਾਖੀ ਕਰਨੀ ਹੈ, ਤੁਹਾਡੀ ਜ਼ਿੰਮੇਵਾਰੀ ਹੋਏਗੀ ਕਿ ਉਹਦੀ ਜਿੱਤ ਲਈ ਤੁਸੀਂ ਕੰਮ ਕਰਨਾ ਹੈ। ਤਾਂ ਲੋਕਾਂ ਦੇ ਵਿੱਚ ਇੱਕ ਭਾਵਨਾ ਜਿਹੜੀ ਹੈਗੀ ਆ ਉਹ ਬਿਲਕੁਲ ਲਹਿਰ ਦੇ ਤਰ੍ਹਾਂ ਆ ਸਕਦੀ ਸੀ। ਜਿਹੜਾ ਏਜੰਡਾ ਤੁਹਾਡੀ ਪਾਰਟੀ ਦਾ ਆ, ਜਾਂ ਜਿਸ ਢੰਗ ਦੇ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਸੀ ਕਿ ਸਾਨੂੰ ਲੋਕ ਉਮੀਦਵਾਰ ਦੇਣ, ਅਸੀਂ ਆਪਣੇ ਵੱਲੋਂ ਖੜਾ ਕਰਾਂਗੇ, ਤਾਂ ਸਿਆਸੀ ਪਾਰਟੀਆਂ, ਮਾਫ ਕਰਿਓ, ਜਿਹੜੀਆਂ SSM ਆ, ਕਿਸਾਨਾਂ ਦੀ ਜਿਹੜੀ ਸਿਆਸੀ ਪਾਰਟੀ ਹੈ, ਉਹਦੇ ਕੋਲ ਤਾਂ ਕਿਸਾਨੀ ਜਥੇਬੰਦੀਆਂ ਦੇ ਕੋਲ ਤਾਂ ਇਹ ਚੀਜ਼ਾਂ ਪਹਿਲਾਂ ਤੋਂ ਮੌਜੂਦ ਸਨ। ਉਹਨਾਂ ਦੇ ਜ਼ਿਲ੍ਹਿਆਂ ਦੇ ਲੈਵਲ ਤੇ ਜਥੇਬੰਦੀਆਂ ਨੇ, ਹਰੇਕ ਜ਼ਿਲ੍ਹੇ ਦੇ ਵਿੱਚ ਤਕਰੀਬਨ 5 ਜਾਂ 7 ਜਿਹੜੀਆਂ ਕਿਸਾਨੀ ਜਥੇਬੰਦੀਆਂ ਨੇ, ਉਹਨਾਂ ਦੀਆਂ ਜਿਹੜੇ ਜ਼ਿਲ੍ਹੇ ਪੱਧਰ ਜਥੇਬੰਦੀਆਂ ਨੇ, ਅੱਗੇ ਬਲਾਕ ਪੱਧਰ ਦੀਆਂ ਨੇ, ਪਿੰਡ ਪੱਧਰ ਦੀਆਂ ਵੀ ਨੇ, ਨੌਜਵਾਨ ਪੱਧਰ ਦੇ ਵੀ ਉਹਨਾਂ ਨੇ ਆਗੂ ਲਾਣੇ। ਉਹਨਾਂ ਦੇ ਕੋਲ ਤਾਂ ਇੱਕ ਬੜਾ ਜਿਹੜਾ ਵੈਲ ਸੈਟਲ ਸਿਸਟਮ ਸੀ, ਤਾਂ ਉਸ ਨੂੰ ਵਰਤਿਆ ਜਾ ਸਕਦਾ ਇਸ ਢੰਗ ਦੇ ਨਾਲ ਜੋ ਤੁਸੀਂ ਏਜੰਡਾ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ। ਦੇਖੋ, ਸਵਾਲ ਇਹ ਹੈ ਕਿ ਲੋਕਾਂ ਦੀ ਜਿੱਤ, ਲੋਕ ਰਾਜ ਦੀ ਜਿੱਤ ਤੇ ਇੱਕ ਚੰਗਾ ਸਿਸਟਮ ਅਤੇ ਚੰਗੀ ਰਾਜਨੀਤਿਕ ਧਿਰ ਜਦੋਂ ਵੀ ਦੇਸ਼ ਦੇ ਵਿੱਚ ਸਥਾਪਿਤ ਹੋਏਗੀ, ਤਾਂ ਉਹ ਸਵਰਾਜ ਦੇ ਰਾਹੀਂ ਹੋਏਗੀ, ਉਹ ਲੋਕਾਂ ਦੇ ਰਾਹੀਂ ਦਿੱਤੇ ਗਏ ਉਮੀਦਵਾਰਾਂ ਦੇ ਰਾਹੀਂ ਹੋਏਗੀ। ਕਿਉਂਕਿ ਅੱਜ ਸਾਡੀ ਸਮੱਸਿਆ ਕੀ ਹੈ? ਸਾਡੀ ਸਮੱਸਿਆ ਪੋਲੀਟੀਕਲ ਮਾਫੀਆ ਹੈ। ਇੱਕ ਬੰਦਾ ਜਦੋਂ 117 ਬੰਦਿਆਂ ਨੂੰ ਟਿਕਟਾਂ ਦੇ ਦਿੰਦਾ ਹੈ
ਤਾਂ ਉਹ ਟਿਕਟਾਂ ਜਿਹੜੀਆਂ ਹੈਗੀਆਂ ਉਹ ਚਾਪਲੂਸੀ ਕਰਕੇ, ਸਿਫਾਰਿਸ਼ ਨਾਲ ਤੇ ਪੈਸੇ ਨਾਲ ਮਿਲਦੀਆਂ, ਠੀਕ ਹੈ। ਔਰ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਦੇ ਰਾਹੀਂ ਅੱਗੋਂ ਕਮਾਈ ਕੀਤੀ ਜਾ ਸਕਦੀ ਹੋਵੇ, ਜਿਹੜੇ ਸਮਾਜ ਦੇ ਵਿੱਚ ਇੱਕ ਮਾਫੀਏ ਰੂਪ 'ਚ ਵਿਚਰ ਸਕਦੇ ਹੋਣ। ਸੋ ਜਦੋਂ ਇੱਕ ਬੰਦਾ 117 ਬੰਦੇ ਚੁਣਦਾ ਹੈ, ਇੱਕ ਪਾਰਟੀ ਦਾ ਕੋਈ ਮੁਖੀਆ 117 ਬੰਦੇ ਚੁਣਦਾ ਹੈ, ਉਹੀ ਤਰੀਕਾਕਾਰ ਲਗਭਗ SSM ਨੇ ਕੀਤਾ। ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਉਸ ਮਾਫੀਏ ਨੂੰ ਜੇ ਅਸੀਂ ਤੋੜਨਾ ਹੈ ਤਾਂ ਉਸ ਮਾਫੀਏ ਨੂੰ ਤੋੜਨ ਵਾਸਤੇ ਲੋਕਾਂ ਨੂੰ ਅੱਗੇ ਆਉਣਾ ਪਏਗਾ। ਹਰ ਹਲਕੇ ਦੇ ਲੋਕ ਜਦੋਂ ਉਮੀਦਵਾਰ ਦੇਣਗੇ ਤਾਂ ਉਹਦਾ ਦੂਸਰੇ ਹਲਕੇ ਦੇ ਉਮੀਦਵਾਰ ਨਾਲ ਕੋਈ ਸੰਬੰਧ ਨਹੀਂ ਹੋਏਗਾ, ਠੀਕ ਹੈ। ਤੇ ਮੇਨ ਜਿਹੜਾ ਮੁਖੀਆ ਹੈਗਾ, ਉੱਪਰ ਹੈੱਡ ਹੋਏਗਾ, ਉਹਦਾ ਕਿਸੇ ਤੇ ਆਸਾਨ ਨਹੀਂ ਹੋਏਗਾ। ਹਰ ਹਲਕੇ ਦਾ ਉਮੀਦਵਾਰ ਜਦੋਂ ਖੁਦ ਮੁਖਤਿਆਰ ਹੋਏਗਾ ਜਾਂ ਲੋਕਾਂ ਵੱਲੋਂ ਖੁਦ ਮੁਖਤਿਆਰੀ ਹਾਸਲ ਕਰਕੇ ਸੂਝਵਾਨ ਲੋਕਾਂ ਵੱਲੋਂ ਦਿੱਤਾ ਜਾਏਗਾ ਤਾਂ ਉਦੋਂ ਹੀ ਅਸਲ ਲੋਕ ਰਾਜ ਦੀ ਭਾਵਨਾ ਵਾਲੀ ਸਰਕਾਰ ਬਣ ਸਕਦੀ ਹੈ ਤੇ ਉਹਦੇ ਰਾਹੀਂ ਹੀ ਪੋਲੀਟੀਕਲ ਮਾਫੀਆ ਤੋੜਿਆ ਜਾ ਸਕਦਾ ਹੈ। ਤਾਂ ਉਹਦੇ ਤੋਂ ਬਗੈਰ ਕੋਈ ਹੱਲ ਨਹੀਂ ਹੈ। ਇੱਕ ਟਿਕਟ ਐਲਾਨ ਦਿੱਤੀ ਸੀ, ਉਸ ਤੋਂ ਬਾਅਦ ਤੁਸੀਂ ਰੁਕੇ, SSM ਦੇ ਨਾਲ ਤੁਹਾਡੀ ਗੱਲਬਾਤ ਚੱਲੀ, ਤਾਂ SSM ਦੇ ਨਾਲ ਤੁਸੀਂ SSM ਕਰਕੇ ਆਪਣੀਆਂ ਬਾਕੀ ਟਿਕਟਾਂ ਅਨਾਉਂਸਮੈਂਟ ਆ ਜਿਹੜੀ ਨਹੀਂ ਸੀ ਕੀਤੀ, ਤਾਂ SSM ਦੇ ਨਾਲ ਤੁਹਾਡਾ ਰੌਲਾ ਕੀ ਹੋਇਆ? ਟਿਕਟਾਂ ਦਾ ਰੌਲਾ ਹੈ ਜਾਂ ਜਿਹੜੀ ਗੱਲਬਾਤ ਆ ਉਹ ਟੁੱਟੀ ਕਿੱਥੋਂ ਆ? ਨਹੀਂ, ਦੇਖੋ, ਟਿਕਟਾਂ ਦਾ ਕੋਈ ਰੌਲਾ ਨਹੀਂ ਹੈ। ਅਸੀਂ ਬਹੁਤ ਸਾਰੀਆਂ ਧਿਰਾਂ ਹੋਣ ਕਰਕੇ ਉਹਨਾਂ ਤੋਂ ਕੇਵਲ 5 ਟਿਕਟਾਂ ਦੀ ਮੰਗ ਕੀਤੀ ਸੀ, ਔਰ ਉਹ ਜਿਹੜੀਆਂ 5 ਟਿਕਟਾਂ ਸੀ ਉਹ ਵੀ ਕੋਈ ਅਸੀਂ ਬੰਦੇ ਨਹੀਂ ਸੀ ਚੁਣੇ, ਉਹ ਉੱਥੋਂ ਦੀਆਂ ਹਲਕਾ ਕਮੇਟੀਆਂ ਨੇ ਹੀ ਬੰਦੇ ਚੁਣੇ ਸੀ ਤੇ ਹਲਕਾ ਕਮੇਟੀਆਂ ਨੇ ਹੀ ਇਲੈਕਸ਼ਨ ਲੜਨਾ ਸੀ। ਔਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿੱਥੇ ਤੁਹਾਡੇ ਕੋਲੇ ਬਿਹਤਰ ਉਮੀਦਵਾਰ ਹੋਏਗਾ ਤਾਂ ਤੁਸੀਂ ਉਹ ਉਮੀਦਵਾਰ ਜਿਹੜਾ ਹੈਗਾ ਉਹ ਸਾਨੂੰ ਦਿਓ, ਅਸੀਂ ਸਾਰੇ ਮਦਦ ਕਰਾਂਗੇ। ਮਿਸਾਲ ਦੇ ਤੌਰ 'ਤੇ ਮਤਲਬ ਕੱਲ੍ਹ ਸਾਡੇ ਫਿਰੋਜ਼ਪੁਰ ਡਾਕਟਰ ਸਵੈਮਾਨ ਆਏ ਸੀ, ਤਾਂ ਉੱਥੇ ਆਮ ਆਦਮੀ ਪਾਰਟੀ ਦੇ ਇੱਕ ਬੰਦੇ ਨੂੰ ਜਿਹੜੀ ਹੈਗੀ ਆ ਉਹ ਟਿਕਟ ਦਿੱਤੀ ਗਈ ਆ। ਤਾਂ ਤੁਸੀਂ ਯਕੀਨ ਕਰੋ, ਮੋੜਾ ਸਿੰਘ ਅਨਜਾਨ ਦੇ ਫੇਸਬੁੱਕ ਪੇਜ 'ਤੇ ਜਾ ਕੇ ਦੇਖਿਓ ਕਿ ਉੱਥੇ ਕੇਵਲ 50 ਬੰਦੇ ਸਨ। ਤਾਂ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਲੋਕਾਂ ਨੂੰ ਟਿਕਟ ਦਿੱਤੀ ਜਾਂਦੀ ਜਿਨ੍ਹਾਂ ਦੀ ਹਰਮਨ ਪਿਆਰਤਾ ਸੀ ਜਾਂ ਜਿਹੜੇ ਦਲ ਬਦਲੀ ਕਰਕੇ ਕਿਸੇ ਦੂਸਰੇ 'ਚੋਂ ਨਹੀਂ ਸੀ ਆਏ, ਤਾਂ ਬਿਨਾਂ ਸ਼ੱਕ ਜਿਹੜਾ ਹੈਗਾ ਇੱਕ ਬਹੁਤ ਵੱਡੀ ਮੁਹਿੰਮ ਚੱਲ ਸਕਦੀ ਸੀ। ਜਦੋਂ ਕਿ ਦੂਜੇ ਬੰਨੇ ਜਿਹੜਾ ਉਮੀਦਵਾਰ ਅਸੀਂ ਅਪਲਾਈ ਕੀਤਾ ਸੀ ਉਹ ਇੱਕ ਖੇਤ ਮਜ਼ਦੂਰ ਹੈ। ਮਜ਼ਦੂਰ ਸਭਾ ਤੇ ਲੋਕ ਅਧਿਕਾਰ ਲਹਿਰ ਦੀ 200 ਤੋਂ ਵੱਧ ਬੰਦਿਆਂ ਦੀ ਕਮੇਟੀ ਨੇ ਉਹਨੂੰ ਚੁਣਿਆ ਸੀ, ਔਰ ਉਹਦੀ ਟੋਟਲ ਇਲੈਕਸ਼ਨ ਜਿਹੜੀ ਸੀਗੀ ਉਹ ਲੋਕਾਂ ਨੇ ਲੜਨੀ ਸੀ, ਕਿਉਂਕਿ ਉਹਦੇ ਕੋਲੇ ਕੋਈ ਬੈਂਕ ਬੈਲੈਂਸ ਨਹੀਂ ਹੈ, ਉਹਦੇ ਕੋਲੇ ਕੋਈ ਸਰਮਾਇਆ ਨਹੀਂ ਹੈ। ਤਾਂ ਆਪਾਂ ਖੇਤ ਕਿਸਾਨ ਤੇ ਮਜ਼ਦੂਰ ਦਾ ਨਾਅਰਾ ਲਾਉਂਦੇ ਰਹੇ, ਪਰ ਅਸਲ ਮਜ਼ਦੂਰ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਜਗ੍ਹਾ ਤੇ ਹੀ ਅਪਲਾਈ ਕੀਤਾ ਸੀ, ਲੋਕ ਅਧਿਕਾਰ ਲਹਿਰ ਵੱਲੋਂ ਕਰਵਾਇਆ ਗਿਆ ਸੀ, ਉਹਨੂੰ ਵੀ ਟਿਕਟ ਨਹੀਂ ਦਿੱਤੀ ਗਈ। ਸੋ ਇਹ ਗੱਲਾਂ ਸੀ, ਔਰ ਇਹ ਤੋਂ ਇਲਾਵਾ ਬਹੁਤ ਸਾਰੀਆਂ ਟਿਕਟਾਂ ਇਸ ਤਰ੍ਹਾਂ ਦਿੱਤੀਆਂ ਗਈਆਂ ਜਿਹੜੇ ਲੋਕਾਂ ਦੀ ਬੈਕਗਰਾਊਂਡ ਜਿਹੜੀ ਹੈਗੀ ਆ ਉਹ ਬਹੁਤ ਹੀ ਅੱਛੀ ਨਹੀਂ ਸੀ। ਉਹ ਜਾਂ ਤਾਂ ਅਕਾਲੀ ਦਲ ਦੇ ਵਿੱਚ ਰੇਤਾ ਬੱਜਰੀ ਵੇਚਦੇ ਰਹੇ, ਜਾਂ ਉਹ ਬੰਦੇ ਭਾਜਪਾ ਦੇ ਵਿੱਚ ਸਰਗਰਮ ਰਹੇ। ਇੱਕ ਖੰਨੇ ਤੋਂ ਟਿਕਟ ਦਿੱਤੀ ਆ, ਉਹ ਸੋਸ਼ਲ ਮੀਡੀਆ 'ਤੇ ਵੀ ਆਇਆ ਕਿ ਉਹ ਬੱਸਾਂ ਭਰ ਕੇ ਉੱਥੇ ਲੈ ਕੇ ਗਿਆ, ਜਿਹੜਾ ਬੰਦਾ ਸੀ ਉਹਨੂੰ ਉਮੀਦਵਾਰ ਬਣਾ ਲਿਆ ਗਿਆ। ਸੋ ਨਵੇਂ ਸ਼ਹਿਰ ਦੀ ਟਿਕਟ ਹੈ, ਬਲਾਚੌਰ ਦੀ ਟਿਕਟ ਹੈ। ਬਹੁਤ ਸਮਾਂ ਤੇ ਕਿਸਾਨ ਯੂਨੀਅਨਾਂ ਦੇ ਬੰਦਿਆਂ ਨੇ ਡਟ ਕੇ ਵਿਰੋਧ ਜਿਹੜਾ ਹੈਗਾ ਕੀਤਾ। ਤਾਂ ਉਹ ਸਾਰੀਆਂ ਗੱਲਾਂ ਸਪਸ਼ਟ ਨੇ, ਆਉਣ ਵਾਲੇ ਸਮੇਂ 'ਚ ਹੋਰ ਸਪਸ਼ਟ ਹੋ ਜਾਣਗੀਆਂ। ਹੁਣ ਜ਼ਿਆਦਾ ਬੋਲਣਾ ਬਿਹਤਰ ਨਹੀਂ ਹੈ, ਪਰ ਜਿੱਥੇ ਚੰਗੇ ਬੰਦੇ ਦਿੱਤੇ ਗਏ ਆ ਉਹਨਾਂ ਉਮੀਦਵਾਰਾਂ ਨੂੰ ਚੁਣਨਾ ਅੱਜ ਵੀ ਬਹੁਤ ਬਿਹਤਰ ਹੋਏਗਾ ਦੂਸਰੀਆਂ ਪਾਰਟੀਆਂ ਦੇ ਬੰਦਿਆਂ ਨੂੰ ਚੁਣਨ ਨਾਲੋਂ, ਕਿਉਂਕਿ ਇੱਥੇ ਬੰਦੇ ਜਿਹੜੇ ਹੈਗੇ ਆ ਕੋਈ ਬਹੁਤੀ ਸਾਂਠ ਗਾਂਠ ਕਰਕੇ ਨਹੀਂ ਆਏ। ਕੁਛ ਬੰਦੇ ਜਿਹੜੇ ਹੈਗੇ ਆ ਉਹ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਕਹਿਣ 'ਤੇ ਦਿੱਤੇ ਗਏ ਆ। ਉਹ ਆਉਣ ਵਾਲੇ ਦਿਨਾਂ 'ਚ ਸਾਰੀ ਸਥਿਤੀ ਸਪਸ਼ਟ ਹੋ ਜਾਏਗੀ। ਪਰ ਬਹੁਤ ਸਾਰੇ ਬੰਦੇ ਜਿਹੜੇ ਕਿਸੇ ਯੂਨੀਅਨਾਂ ਰਾਹੀਂ ਆਏ ਜਾਂ ਮਤਲਬ ਕੋਈ ਹੋਰ ਪ੍ਰਭਾਵ ਵਰਤ ਕੇ ਟਿਕਟ ਲੈ ਗਏ, ਉਹ ਚੰਗੇ ਲੋਕ ਵੀ ਹੈਗੇ ਆ। ਤੁਸੀਂ ਫਿਰ ਉਹਨਾਂ ਦੀ ਸਪੋਰਟ ਕਰੋਗੇ ਜਿਹੜੇ SSM ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਬੰਦੇ ਸਹੀ ਨੇ, ਉਹ ਕਿਸੇ ਪ੍ਰਭਾਵ ਅਧੀਨ ਨਹੀਂ ਆਏ, ਉਹਨੂੰ ਕਿਸੇ ਸਿਫਾਰਿਸ਼ ਦੇ ਅਧੀਨ ਨਹੀਂ ਭੇਜਿਆ ਗਿਆ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ SSM ਨੇ ਟਿਕਟਾਂ ਦਿੱਤੀਆਂ, ਫਿਰ ਤੁਹਾਡੀ ਜਿਹੜੀ ਪਾਰਟੀ ਆ ਲੋਕ ਅਧਿਕਾਰ ਲਹਿਰ ਉਹ ਸਪੋਰਟ ਕਰੇਗੀ? ਬਿਲਕੁਲ 100% ਸਾਡੀਆਂ ਹਲਕਾ ਕਮੇਟੀਆਂ ਜਿਹੜੀਆਂ ਹੈਗੀਆਂ, ਜਿਨ੍ਹਾਂ ਲੋਕਾਂ ਬਾਰੇ ਉਹ ਅੱਛੀ ਜਾਣਕਾਰੀ ਉਹਨਾਂ ਨੂੰ ਹੈ ਕਿ ਇਹ ਅੱਛੇ ਨੇ, ਤਾਂ ਉਹਨਾਂ ਦੀ 100% ਡਟ ਕੇ ਸਪੋਰਟ ਕੀਤੀ ਜਾਏਗੀ, ਕਿਉਂਕਿ ਇਹ ਕਰਨੀ ਵੀ ਬੇਹੱਦ ਜ਼ਰੂਰੀ ਹੈ। ਮੈਂ ਤਾਂ ਤੁਹਾਨੂੰ ਆਲਰੇਡੀ ਕਹਿ ਰਿਹਾ ਕਿ ਇੱਕ ਮਾਫੀਆ ਜਿਹੜਾ ਹੈਗਾ, ਬਾਕੀਆਂ ਪੋਲੀਟੀਕਲ ਪਾਰਟੀਆਂ ਨੇ ਤਾਂ ਇੱਕ ਮਾਫੀਆ ਦੀ ਤਰ੍ਹਾਂ ਕੰਮ ਕੀਤਾ ਹੈ
ਕਿਉਂਕਿ ਉਹਨਾਂ ਨੇ ਬਹੁਤ ਦੇਰ ਤੋਂ ਉਹਨਾਂ ਬੰਦਿਆਂ ਦੀ ਸ਼ਨਾਖਤ ਕਰ ਰੱਖੀ ਸੀ ਜਿਨ੍ਹਾਂ ਨੂੰ ਉਹਨਾਂ ਨੇ ਟਿਕਟ ਦੇਣੀ ਸੀ, ਠੀਕ ਹੈ। ਔਰ ਉਹਨਾਂ ਨੇ ਉਹ ਟਿਕਟਾਂ ਜਿਹੜੀਆਂ ਹੈਗੀਆਂ ਇਸ ਢੰਗ ਨਾਲ ਦਿੱਤੀਆਂ ਜਾਂ ਦੂਸਰੀ ਪਾਰਟੀ 'ਚੋਂ ਆਇਆ ਬੰਦਿਆਂ ਨੂੰ ਦੇਤੀਆਂ। ਜਿਸ ਤਰ੍ਹਾਂ ਆਪਾਂ ਮੋਹਾਲੀ ਦੀ ਟਿਕਟ ਦੀ ਗੱਲ ਕਰਦੇ ਹਾਂ, ਵੀ ਮੋਹਾਲੀ ਜਿਹੜਾ ਬੰਦਾ ਜਿਹਨੂੰ ਟਿਕਟ ਦਿੱਤੀ ਗਈ ਹੈ, ਕੁਲਵੰਤ ਮੇਰਾ ਖਿਆਲ ਸ਼ਾਇਦ ਉਹਦਾ ਨਾਂ ਹੈ, ਨਹੀਂ ਆਪਣੇ ਆਮ ਆਦਮੀ ਪਾਰਟੀ ਵੱਲੋਂ। ਹੁਣ ਉਹ ਕੁਲਵੰਤ ਜਿਹੜਾ ਹੈਗਾ ਉਹ ਪਹਿਲਾਂ ਕਾਂਗਰਸ ਵੱਲੋਂ MP ਦੀ ਇਲੈਕਸ਼ਨ ਲੜਿਆ, ਉਸ ਤੋਂ ਬਾਅਦ ਫਿਰ ਉਹ ਮੇਅਰ ਬਣਿਆ ਉੱਥੇ, ਫਿਰ ਅਕਾਲੀ ਦਲ 'ਚ ਚਲਾ ਗਿਆ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਉਹਨੂੰ ਸ਼ਾਮਲ ਕਰਕੇ ਟਿਕਟ ਦੇ ਦਿੱਤੀ। ਅਤੇ ਜਦੋਂ ਕਿ SSM ਨੇ ਜਿਹੜਾ ਉੱਥੇ ਨੌਜਵਾਨ ਖੜਾ ਕੀਤਾ, ਉਹ ਰਹਿਣ ਵਾਲਾ ਜ਼ਰੂਰ ਮੁਕਤਸਰ ਜ਼ਿਲ੍ਹੇ ਦਾ ਹੈ ਔਰ ਕਿਸਾਨ ਜਥੇਬੰਦੀ ਦੇ ਇੱਕ ਵੱਡੇ ਲੀਡਰ ਦਾ ਰਿਸ਼ਤੇਦਾਰ ਵੀ ਹੈ, ਪਰ ਉਹ ਮੁੰਡਾ ਤੇ ਨਵਾਂ ਹੈ, ਉਹਨੇ ਕੰਮ ਕੀਤਾ ਹੈਗਾ, ਉਹਦੇ ਤੋਂ ਚੰਗੇ ਦੀ ਆਸ ਕੀਤੀ ਜਾ ਸਕਦੀ ਹੈ। ਸੋ ਇਸ ਤਰ੍ਹਾਂ ਵੀ ਜਿਹੜੇ ਕਿਰਦਾਰ ਆਏ ਨੇ ਅੱਛੇ, ਤਾਂ ਉਹਨਾਂ ਦੀ ਅਸੀਂ ਡਟ ਕੇ ਮਦਦ ਕਰਾਂਗੇ। ਸਾਡੀਆਂ ਉੱਥੋਂ ਦੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ, ਜਿਹੜੇ ਲੋਕ ਅਧਿਕਾਰ ਲਹਿਰ ਨੂੰ ਪਿਆਰ ਕਰਦੇ ਹੈ, ਤਾਂ ਉਹਨਾਂ ਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਜਿੱਥੇ ਅੱਛੇ ਕਿਰਦਾਰ SSM ਨੇ ਦਿੱਤੇ ਨੇ, ਉੱਥੇ ਉਹਨਾਂ ਦੀ ਡਟ ਕੇ ਮਦਦ ਕੀਤੀ ਜਾਵੇ। ਇਹੀ ਸਾਡੇ ਹਿੱਤ 'ਚ ਹੈ ਔਰ ਪੰਜਾਬ ਦੇ ਹਿੱਤ 'ਚ ਹੈ। ਸਿਆਸੀ ਪਾਰਟੀਆਂ ਉਹਨਾਂ ਉਮੀਦਵਾਰਾਂ ਨੂੰ ਟਿਕਟਾਂ ਦੇ ਦਿੰਦੀਆਂ ਨੇ ਜਿਹੜੇ ਇੱਕ ਤੋਂ ਦੂਜੇ ਪਾਸੇ ਜਾਂਦਾ, ਜਿਵੇਂ ਉਹਨਾਂ ਨੂੰ ਸਹੀ ਲੱਗਦਾ ਆ। ਹੁਣ ਤੁਸੀਂ ਕਹਿ ਰਹੇ ਹੋ ਕਿ SSM ਨੇ ਵੀ ਇੱਦਾਂ ਕੀਤਾ, ਤਾਂ ਜਿਹੜੇ ਆਦਰਸ਼ਾਂ ਦੀ ਗੱਲ ਲੋਕ ਅਧਿਕਾਰ ਲਹਿਰ ਕਰ ਰਹੀ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਜਦੋਂ ਸਾਰਾ ਸਿਸਟਮ ਕਰਪਟ ਹੋ ਚੁੱਕਿਆ, ਸਿਸਟਮ ਨੇ ਲੋਕਾਂ ਨੂੰ ਕਰਪਟ ਕਰ ਦਿੱਤਾ ਆ, ਲੋਕ ਆਪ ਖੁਦ ਪੈਸੇ ਦੇ ਕੇ ਕੰਮ ਕਰਾਉਣਾ ਜਿੱਥੇ ਪਸੰਦ ਕਰਦੇ ਨੇ, ਅਜਿਹੇ ਸਿਸਟਮ ਦੇ ਵਿੱਚ ਇਹਨਾਂ ਆਦਰਸ਼ਾਂ ਨੂੰ ਲੈ ਕੇ ਚੱਲਿਆ ਜਾ ਸਕਦਾ, ਇਹਨਾਂ ਆਦਰਸ਼ਾਂ ਦੇ ਵਿੱਚ ਰਹਿ ਕੇ ਰਾਜਨੀਤੀ ਕੀਤੀ ਜਾ ਸਕਦੀ ਹੈ? ਦੇਖੋ, ਮੈਂ ਤੁਹਾਨੂੰ ਬਿਲਕੁਲ ਸਪਸ਼ਟ ਕਰ ਦਿਆਂ ਕਿ ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਅੱਜ ਜਿੰਨੀ ਵੀ ਸਿਧਾਂਤਹੀਨ ਰਾਜਨੀਤੀ ਹੋ ਰਹੀ ਹੈ, ਉਹਦੇ ਲਈ ਸਾਡੇ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਦੇ ਔਰ ਮੈਂ ਕਹਾਂਗਾ ਕਿ SSM ਦੇ ਆਗੂ ਵੀ ਜ਼ਿੰਮੇਦਾਰ ਹੈ। ਲੋਕ ਪੂਰੀ ਤਰ੍ਹਾਂ ਤਿਆਰ ਸੀ ਸਰਕਾਰ ਬਣਾਉਣ ਵਾਸਤੇ। ਲੋਕਾਂ ਨੇ ਆਮ ਆਦਮੀ ਪਾਰਟੀ ਨੇ ਜਿਸ ਵੇਲੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਜਾਂ ਪ੍ਰਸ਼ਾਸਨ ਦਾ ਨਾਅਰਾ ਦਿੱਤਾ, ਤਾਂ 2014 ਦੀਆਂ ਵੋਟਾਂ ਦੇ ਵਿੱਚ ਲੋਕਾਂ ਨੇ ਹੀ ਵੋਟਾਂ ਪਾਈਆਂ ਸੀ ਜਦੋਂ 4 MP ਦਿੱਤੇ ਨਾ। ਔਰ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦਾ ਕਿਰਦਾਰ ਲੋਕਾਂ ਦੇ ਸਾਹਮਣੇ ਆਉਣ ਲੱਗ ਪਿਆ, ਤਾਂ ਲੋਕ ਹੌਲੀ ਪਿੱਛੇ ਹਟਦੇ ਗਏ। ਸੋ ਕਿਸਾਨੀ ਜਿੱਤ ਤੋਂ ਬਾਅਦ ਲੋਕ ਪੂਰੀ ਤਰ੍ਹਾਂ ਤਿਆਰ ਸਨ, ਪਰ ਅਜਿਹਾ ਭੰਬਲ ਭੂਸਾ ਨਾ ਕ੍ਰੀਏਟ ਕੀਤਾ ਜਾਂਦਾ। ਜਿਵੇਂ ਮਿਸਾਲ ਦੇ ਤੌਰ 'ਤੇ ਬੜੀਆਂ ਛੋਟੀਆਂ ਗਲਤੀਆਂ ਆਪਾਂ ਮੰਨ ਲਈਏ ਸਟਾਰਟਿੰਗ ਤੋਂ ਹੀ ਹੋਈਆਂ। 10 ਤਰੀਕ ਨੂੰ ਜਿਹੜਾ ਸੀਗਾ ਐਲਾਨ ਕੀਤਾ ਗਿਆ ਕਿ ਆਪਾਂ ਇਕੱਲੇ ਲੜਾਂਗੇ, ਠੀਕ ਹੈ, ਔਰ 14 ਤਰੀਕ ਤੱਕ ਐਪਲੀਕੇਸ਼ਨਾਂ ਮੰਗੀਆਂ ਗਈਆਂ, ਪਰ 11 ਤਰੀਕ ਨੂੰ ਹੀ 10 ਟਿਕਟਾਂ ਦਾ ਐਲਾਨ ਕਰ ਦਿੱਤਾ ਗਿਆ। ਉਹਦੇ 'ਚ 3 ਬੰਦੇ ਆਮ ਆਦਮੀ ਪਾਰਟੀ ਤੋਂ ਆਏ, ਲੈ ਲਏ ਗਏ। ਸਭ ਤੋਂ ਪਹਿਲਾਂ ਨਾਂ ਰਾਜੇਵਾਲ ਸਾਹਿਬ ਨੇ ਆਪਣਾ ਐਲਾਨ ਕਰ ਲਿਆ, ਹੈ ਨਾ। ਤਾਂ ਜਦੋਂ ਅਸੀਂ 14 ਤੱਕ ਮੰਗ ਰਹੇ ਹਾਂ, ਉਹਨਾਂ ਦੀ ਕਦੋਂ ਸਕਰੀਨਿੰਗ ਹੋਈ? ਅਜੇ ਤਾਂ ਐਪਲੀਕੇਸ਼ਨਾਂ ਹੀ ਨਹੀਂ ਆਈਆਂ, ਅਤੇ 11 ਤਰੀਕ ਨੂੰ ਅਨਾਊਂਸ ਕਰਨ ਦੀ ਕੀ ਜ਼ਰੂਰਤ ਸੀ? ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਟਿਕਟਾਂ ਬਦਲੀਆਂ ਵੀ ਗਈਆਂ, ਝਗੜੇ ਵੀ ਹੋਏ, ਲੋਕਾਂ ਨੇ ਬਕਾਇਦਾ ਜਿਹੜਾ ਸੀਗਾ ਕਹਿ ਲਓ ਵੀ ਮੁਜ਼ਾਹਰੇ ਵੀ ਕੀਤੇ ਉਹਨਾਂ ਦੇ ਖਿਲਾਫ। ਅਜਿਹਾ ਸਭ ਕੁਝ ਨਹੀਂ ਵਾਪਰਨਾ ਚਾਹੀਦਾ ਸੀ। ਅਗਰ ਅੱਛੇ ਕਿਰਦਾਰਾਂ ਨੂੰ ਟਿਕਟ ਦਿੱਤੀ ਜਾਂਦੀ ਤਾਂ ਲੋਕ ਤਿਆਰ ਸੀ। ਸੋ ਅਸੀਂ ਇਹਦੇ 'ਚ ਲੋਕਾਂ ਦਾ ਕਸੂਰ ਨਹੀਂ ਕੱਢ ਸਕਦੇ। ਲੋਕਾਂ ਨੇ ਦਿੱਲੀ ਦਾ ਅੰਦੋਲਨ ਜਿੱਤਿਆ, ਉਹਦੇ ਵਿੱਚ ਪਬਲਿਕ ਓਪੀਨੀਅਨ ਕ੍ਰੀਏਟ ਹੋਇਆ ਔਰ ਲੋਕ ਇੱਕ ਲੋੜ ਸੀ। ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੇ SSM ਨੇ ਗਲਤ ਫੈਸਲਾ ਲਿਆ, ਇੱਕ ਲੋੜ ਸੀ, ਪਰ ਉਸ ਲੋੜ ਨੂੰ ਸਿਰੇ ਤੱਕ ਲੈ ਜਾਣ ਵਾਸਤੇ ਜਿਸ ਅਗਵਾਈ ਦੀ ਲੋੜ ਸੀ, ਉਹ ਅਗਵਾਈ ਮੇਰਾ ਖਿਆਲ ਹੈ ਕਿ ਦਰਸ਼ਕ ਵੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ, ਉਹ ਨਹੀਂ ਦਿੱਤੀ ਜਾ ਸਕੀ। ਬੜੀ ਵਾਰੀ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਇਲੈਕਸ਼ਨਾਂ ਲੜਦਾ ਆ ਤਾਂ ਜਿੱਤੇ ਹਾਰੇ ਉਸ ਦਾ ਮਕਸਦ ਨਹੀਂ ਹੁੰਦਾ, ਤਾਂ ਚੋਣਾਂ ਦੇ ਵਿੱਚ ਫੰਡ ਇਕੱਠੇ ਕਰਨੇ ਤਾਂ ਬੜੇ ਲੋਕਾਂ ਦਾ ਮਕਸਦ ਹੁੰਦਾ ਹੈ। ਚੋਣਾਂ ਲੜੀਆਂ ਜਾਂਦੀਆਂ ਨੇ, ਟਿਕਟਾਂ ਜਿਹੜੀਆਂ ਖਰੀਦੀਆਂ ਵੇਚੀਆਂ ਤੱਕ ਜਾਂਦੀਆਂ ਨੇ। ਕੀ SSM ਦੇ ਵਿੱਚ ਤੁਸੀਂ ਲੰਬਾ ਸਮਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ ਹੋ, ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਟਿਕਟਾਂ ਨੂੰ ਲੈ ਕੇ? ਕੀ ਪਰਦੇ ਪਿੱਛੇ ਇਹ ਗੱਲ ਤਾਂ ਨਹੀਂ ਕਿ ਟਿਕਟਾਂ ਉਸੇ ਢੰਗ ਦੇ ਨਾਲ ਵੇਚੀਆਂ ਖਰੀਦੀਆਂ ਜਾ ਰਹੀਆਂ ਨੇ ਜਾਂ ਫੰਡਾਂ ਦੇ ਲਈ ਟਿਕਟਾਂ ਲੱਤੀਆਂ ਜਾ ਰਹੀਆਂ ਨੇ? ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਤੁਸੀਂ 117 ਉਮੀਦਵਾਰ ਨਾ ਐਲਾਨ ਸਕੋ, ਘੱਟ ਐਲਾਨ ਸਕੋ। ਜਿਵੇਂ ਤੁਸੀਂ ਗੱਲ ਕੀਤੀ ਕਿ 10 ਤਰੀਕ ਨੂੰ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਵੱਖਰੇ ਤੌਰ 'ਤੇ ਲੜਾਂਗੇ, 11 ਨੂੰ ਜਿਹੜੇ ਉਮੀਦਵਾਰਾਂ ਦੀ ਲਿਸਟਾਂ ਵੀ ਜਾਰੀ ਕਰ ਦਿੱਤੀ ਕਿ ਕਾਹਲ ਦਿਖਾਈ ਗਈ। ਦੇਖੋ, ਗੱਲ ਇਹ ਹੈ ਕਿ ਇਸ ਬਾਰੇ ਗੱਲ ਕਰਨਾ ਕੋਈ ਵੀ ਬਗੈਰ ਠੋਸ ਸਬੂਤ ਤੋਂ ਚੰਗਾ ਨਹੀਂ ਲੱਗਦਾ, ਪਰ ਜਿਸ ਢੰਗ ਦੇ ਨਾਲ ਇਹ ਵੰਡ ਹੋਈ ਹੈ ਔਰ ਜਿਸ ਢੰਗ ਦੇ ਨਾਲ ਉਸ ਵੰਡ ਦੀ ਵਿਰੋਧਤਾ ਹੋਈ ਹੈ ਔਰ ਗਲਤ ਬੰਦੇ ਜਿਹੜੇ ਸੀਗੇ ਅੱਗੇ ਲਿਆਂਦੇ ਗਏ ਆ, ਤਾਂ ਇਸ ਗੱਲ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਦੀ ਧੌਣ 'ਤੇ ਕਿਸੇ ਨੇ ਤਲਵਾਰ 'ਤੇ ਧਰੀ ਨਹੀਂ ਸੀ। ਠੀਕ ਹੈ ਵੀ ਤੁਸੀਂ ਗਲਤ ਬੰਦੇ ਲੈ ਕੇ ਆਓ। ਔਰ ਪ੍ਰੋਫੈਸਰ ਮਨਜੀਤ ਸਿੰਘ ਵਰਗੇ ਬੰਦੇ ਜਿਹੜੇ ਆਪਦੇ ਆਪ ਨੂੰ ਮਤਲਬ ਬਹੁਤ ਰਾਜਨੀਤੀ ਦੇ ਮਾਹਰ ਦੱਸਦੇ ਆ, ਉਹ ਵਿਚਾਲੇ ਬੈਠੇ ਸੀ ਸਾਰੀਆਂ ਗੱਲਾਂ ਦੇ। ਹਰੇਕ ਟਿਕਟ ਜਿਹੜੀ ਅਨਾਊਂਸ ਕਰਨ ਲਈ ਉਹ ਮੋਢੀ ਰਹੇ ਆ,
ਤਾਂ ਫਿਰ ਉਹਨਾਂ ਦੇ ਹੁੰਦਿਆਂ ਜੇ ਇਹਨਾਂ ਦੀਆਂ ਗਲਤੀਆਂ ਹੋ ਗਈਆਂ, ਜਿਹੜੇ ਉਹ ਕਹਿੰਦੇ ਵੀ ਅਸੀਂ ਰਾਜਨੀਤਿਕ ਮਾਹਰ ਹਾਂ, ਤੇ ਇਹਨਾਂ ਗਲਤੀਆਂ ਦੇ ਪਿੱਛੇ ਬਿਨਾਂ ਸ਼ੱਕ ਜਿਹੜਾ ਹੈਗਾ ਬੜਾ ਕੁਝ ਹੋਇਆ ਹੋਏਗਾ, ਸਮਾਂ ਦੱਸੇਗਾ। ਕਿਸਾਨ ਆਗੂਆਂ ਦਾ ਸਿਆਸਤ ਦੇ ਵਿੱਚ ਆਉਣਾ ਕਿਵੇਂ ਲੱਗਦਾ, ਸਹੀ ਫੈਸਲਾ ਹੈ? ਦੇਖੋ, ਫੈਸਲਾ ਮਤਲਬ ਅੱਜ ਗਲਤ ਲੱਗ ਰਿਹਾ ਹੈ, ਪਰ ਇਹਦੀ ਲੋੜ ਸੀ। ਇਹ ਤੋਂ ਬਗੈਰ ਚੱਲਣਾ ਨਹੀਂ। ਉਹਦਾ ਇੱਕ ਕਾਰਨ ਹੈ, ਕੋਈ ਵੀ ਅੰਦੋਲਨ ਹੁੰਦਾ ਹੈ ਤਾਂ ਅੰਦੋਲਨਕਾਰੀਆਂ ਨੂੰ ਜਿਹੜਾ ਹੈਗਾ ਉਹ ਇਸ ਸਿਸਟਮ 'ਚ, ਪੋਲੀਟੀਕਲ ਸਿਸਟਮ 'ਚ ਆਉਣਾ ਚਾਹੀਦਾ। ਮਿਸਾਲ ਦੇ ਤੌਰ ਤੇ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਲੋਕ ਅਧਿਕਾਰ ਲਹਿਰ ਵੱਲੋਂ ਜੋ ਸੁਜੈਸਟ ਕੀਤਾ ਸੀ, ਡਾਕਟਰ ਗਾਂਧੀ ਤਿਆਰ ਸਨ ਮਤਲਬ ਚੋਣ ਲੜਨ ਵਾਸਤੇ। ਜਿਸ ਵੇਲੇ SSM ਸ਼ੁਰੂ ਹੋਇਆ, ਉਹਨਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਠੀਕ ਹੈ, ਚਲੋ ਦੇਖਦੇ ਹਾਂ। ਇਸੇ ਤਰ੍ਹਾਂ ਮਤਲਬ ਜਿਹੜੇ ਹੈਗੇ ਆ ED ਵਾਲੇ ਨਰਿੰਜਨ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ। ਕਹਿਣ ਦਾ ਭਾਵ ਇਹ ਹੈ ਕਿ ਇਹ ਅਗਰ ਠੀਕ ਬੰਦੇ ਦੇ ਦਿੰਦੇ, ਪਹਿਲੀ ਲਿਸਟ 'ਚ ਬਹੁਤ ਸ਼ਾਨਦਾਰ ਬੰਦੇ ਆ ਜਾਂਦੇ। ਜਸਟਿਸ ਜੋਰਾ ਸਿੰਘ ਮੈਂ ਦੇਖਿਆ ਇੱਥੇ SSM ਦੇ ਦਫ਼ਤਰ 3 ਦਿਨ ਆ ਕੇ ਵਿਚਾਰੇ ਬੈਠੇ ਰਹੇ, ਹੈ ਨਾ। ਤਾਂ ਅਜਿਹੇ ਲੋਕਾਂ ਨੂੰ ਅਗਰ ਲੈ ਆਂਦਾ ਜਾਂਦਾ ਤਾਂ ਅੱਜ ਹੋਰ ਭਲਕੇ ਹੋਰ ਲਹਿਰ ਬਣ ਸਕਦੀ ਸੀ। ਤਾਂ ਇਹ ਇੱਕ ਜ਼ਰੂਰਤ ਹੈ, ਇਹਦੇ ਤੋਂ ਅਸੀਂ ਪਾਸਾ ਨਹੀਂ ਵੱਟ ਸਕਦੇ। ਅਗਰ ਚੰਗੇ ਲੋਕ ਸਿਆਸਤ 'ਚ ਨਹੀਂ ਆਉਣਗੇ ਤਾਂ ਮਾੜੇ ਲੋਕ ਤਾਂ ਫਿਰ ਉਹੀ ਸਿਆਸਤ ਕਰਨਗੇ, ਜਿਨ੍ਹਾਂ ਕਰਕੇ ਸਾਨੂੰ ਸੜਕਾਂ 'ਤੇ ਬੈਠਣਾ ਪੈਂਦਾ ਹੈ, ਜਿਨ੍ਹਾਂ ਕਰਕੇ ਅੱਜ ਭ੍ਰਿਸ਼ਟਾਚਾਰ ਹੈ, ਜਿਨ੍ਹਾਂ ਕਰਕੇ ਅੱਜ ਧੱਕੇਸ਼ਾਹੀਆਂ ਤੇ ਝੂਠੇ ਮੁਕੱਦਮੇ ਦਰਜ ਹੁੰਦੇ ਨੇ। ਸੋ ਚੰਗੇ ਲੋਕਾਂ ਨੂੰ ਤਾਂ ਆਉਣਾ ਪਏਗਾ ਮੈਦਾਨ ਦੇ ਵਿੱਚ। ਔਰ ਦੇਖੋ, ਮੈਂ ਇੱਥੇ ਜ਼ਿਕਰ ਕਰਦਿਆਂ ਕਿ ਲੋਕ ਅਧਿਕਾਰ ਲਹਿਰ ਪਿੱਛੇ ਹਟਣ ਵਾਲੀ ਨਹੀਂ ਹੈ। ਅਸੀਂ ਚਾਲ 'ਚ ਮਾਤ ਖਾ ਗਏ ਹਾਂ, ਪਰ ਬਾਜੀ ਜ਼ਰੂਰ ਜਿੱਤਾਂਗੇ। ਅਸੀਂ 20 ਤਰੀਕ ਦੀਆਂ ਚੋਣਾਂ ਤੋਂ ਬਾਅਦ 21 ਤਰੀਕ ਨੂੰ ਦੁਬਾਰਾ ਫਿਰ ਉਹੀ ਹੋਕਾ ਲੋਕਾਂ ਨੂੰ ਦਾਂਗੇ, ਕਿਉਂਕਿ ਅਸੀਂ ਜਿਹਦੇ ਕੋਲੇ ਵੀ ਗੱਲ ਕਰਦੇ ਸੀ, ਕਿਸਾਨੀ ਅੰਦੋਲਨ ਪੈਰਲਲ ਚੱਲਣ ਕਰਕੇ ਚੋਣਾਂ ਦੀ ਗੱਲ ਲੋਕ ਸੁਣਨ ਲਈ ਤਿਆਰ ਨਹੀਂ ਸਨ। ਔਰ ਜੇ ਸੁਣਦੇ ਵੀ ਸਨ ਤਾਂ ਉਹ ਕਹਿੰਦੇ ਸੀ ਕਿ ਕਿਸਾਨਾਂ 'ਚੋਂ ਜਿਹੜੀ ਧਿਰ ਨਿਕਲੇਗੀ ਤਾਂ ਉਸ ਧਿਰ ਦੇ ਨਾਲ ਖੜਾਂਗੇ। ਤਾਂ ਹੁਣ ਮੇਰਾ ਖਿਆਲ ਹੈ ਕਿ ਉਹ ਕਿਸਾਨ ਆਗੂਆਂ ਨੇ ਉਹ ਮੌਕਾ ਜਿਹੜਾ ਸੀਗਾ ਇੱਕ ਇਤਿਹਾਸ ਰਚਣ ਦਾ, ਉਹ ਤਾਂ ਉਹਨਾਂ ਨੇ ਗਵਾ ਲਿਆ। ਜਿਹੜੇ ਮੂਹਰਲੇ 5-7 ਸੀਗੇ, ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਉਹਦਾ ਨਿਰੀਖਣ ਕਰਨਗੇ। ਗੁਰਨਾਮ ਸਿੰਘ ਚੜੂਨੀ ਜੀ ਨੇ ਵੀ ਬਣਾਈ ਹੋਈ ਹੈ ਸੰਯੁਕਤ ਸੰਘਰਸ਼, ਜਿਹੜੀ ਉਹਨਾਂ ਦੀ ਪਾਰਟੀ ਹੈ। ਤਾਂ ਕੀ ਉਹਨਾਂ ਦੇ ਨਾਲ ਵੀ ਤੁਹਾਡੀ ਕਦੇ ਕੋਈ ਗੱਲਬਾਤ ਹੋਈ ਹੈ, ਜਾਂ ਜਿਹੜੀ ਗੱਲਬਾਤ ਟੁੱਟੀ ਹੈ ਉਹ ਸਿਰਫ ਬਲਬੀਰ ਸਿੰਘ ਰਾਜੇਵਾਲ ਹੋਰਾਂ ਵੱਲੋਂ ਟੁੱਟੀ? ਦੇਖੋ, ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ, ਉਹਨਾਂ ਦੇ ਵਿੱਚ ਮਤਲਬ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੌੜਤਾ, ਜਾਣੀ ਕਹਿ ਲਓ ਵੀ ਇੱਕ ਸੰਜੀਦਗੀ, ਉਹ ਬਿਲਕੁਲ ਨਹੀਂ ਦਿਖਾਈ ਗਈ। ਉਹ ਕੈਮਰੇ ਤੇ ਕੁਝ ਹੋਰ ਕਹਿੰਦੇ ਆ, ਪਿੱਛੇ ਜਾ ਕੇ ਕੁਝ ਹੋਰ ਕਹਿੰਦੇ ਆ। ਤਾਂ ਮਤਲਬ ਜਿਵੇਂ ਸ਼ੁਰੂ 'ਚ ਆ ਕੇ ਵੀ ਮੁੱਖ ਮੰਤਰੀ ਬਣਨ ਦੀ ਗੱਲ, ਮੁੱਖ ਮੰਤਰੀ ਦਾ ਐਲਾਨ ਕਰ ਦੇਣਾ, ਠੀਕ ਹੈ, ਫਿਰ ਅਖੀਰ ਤੱਕ ਇਹ ਭਾਵਨਾ ਉਹਨਾਂ ਦੇ ਬਣੀ ਰਹਿਣੀ ਕੈਮਰੇ ਤੋਂ ਪਾਸੇ ਜਾ ਕੇ ਵੀ, ਤਾਂ ਇਹਦੇ ਲਈ ਯਤਨ ਵੀ ਕਰਦੇ ਰਹਿਣਾ। ਤਾਂ ਇਹ ਬੜੀਆਂ ਛੋਟੀਆਂ ਗੱਲਾਂ ਸੀ। ਜਦੋਂ ਅਸੀਂ ਪਹਿਲੀ ਵਾਰੀ ਉਹਨਾਂ ਨੂੰ ਮਿਲੇ ਸਾਂ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਅਸੀਂ ਲੋਕਾਂ ਦਾ ਇਕੱਠ ਕਰਦੇ ਹਾਂ ਤੇ ਤੁਸੀਂ ਇੱਕ ਵਾਰ ਬਾਂਹ ਖੜੀ ਕਰਕੇ ਲੋਕਾਂ ਨੂੰ ਇਹ ਹਾਕ ਦੇ ਦਿਓ ਕਿ ਪੰਜਾਬ ਤੇ ਹਰਿਆਣੇ ਨੂੰ ਵੱਖ-ਵੱਖ ਕਰਨ ਵਾਲੇ ਲੋਕਾਂ ਨੇ ਸਾਡੇ ਤੇ ਰਾਜ ਕੀਤਾ, ਔਰ ਸਾਨੂੰ ਵੱਖ ਇਸ ਕਰਕੇ ਕੀਤਾ ਕਿ ਉਹ ਰਾਜ ਕਰ ਸਕਣ। ਉਹਨਾਂ ਨੇ ਲੁੱਟਣਾ ਸੀ, ਇਹਦੇ ਲਈ ਸਾਨੂੰ ਵੱਖ ਕੀਤਾ, ਜਦੋਂ ਕਿ ਪੰਜਾਬ ਤੇ ਹਰਿਆਣੇ ਨੂੰ ਵੱਖ ਕਰਨ ਦੀ ਲੋੜ ਨਹੀਂ ਸੀ। ਔਰ ਚੜੂਨੀ ਸਾਹਿਬ ਬਾਂਹ ਖੜੀ ਕਰਕੇ ਇਹ ਕਹਿ ਦਿੰਦੇ ਕਿ ਪੰਜਾਬੀਓ, ਉਹਨਾਂ ਨੇ ਸਾਨੂੰ ਆਪਸ 'ਚ ਲੜਾ ਕੇ ਵੱਖ ਕੀਤਾ ਰਾਜ ਕਰਨ ਵਾਸਤੇ, ਤੇ ਅਸੀਂ ਤੁਹਾਨੂੰ ਅਜਿਹੀ ਰਾਜਨੀਤੀ ਦਿਆਂਗੇ ਕਿ ਅਸੀਂ ਪੰਜਾਬ ਤੇ ਹਰਿਆਣੇ ਨੂੰ ਇੱਕ ਕਰ ਦਿਆਂਗੇ। ਤਾਂ ਇਹ ਗੱਲ ਜਿਹੜੀ ਸੀਗੀ ਉਸ ਅੰਦੋਲਨ ਤੋਂ ਬਾਅਦ, ਜਿਹਦੇ 'ਚ ਇੱਕ ਹਿੰਦੂ ਸਿੱਖ ਏਕਤਾ ਬਣ ਗਈ ਸੀ, ਜਾਂ ਬਣੀ ਹੋਈ ਅੱਜ ਤੱਕ ਵੀ ਹੈ, ਹਾਂ, ਪੂਰੇ ਪੰਜਾਬ ਤੇ ਹਰਿਆਣਾ ਇੱਕ ਸੀ, ਤਾਂ ਇੱਕ ਨਵੀਂ ਗੱਲ ਜਿਹੜੀ ਸੀਗੀ ਉਹ ਤੁਰ ਸਕਦੀ ਸੀ। ਔਰ ਉਹਦੇ ਨਾਲ ਲੋਕਾਂ ਨੇ ਭਾਵਨਾਤਮਕ ਤੌਰ ਦੇ ਉੱਤੇ ਵੀ ਜੁੜਨਾ ਸੀ। ਪਰ ਉਹਨਾਂ ਨੇ ਕਿਤੇ ਵੀ ਇਹ ਗੱਲ, ਮੇਰੀਆਂ ਇੰਨੀਆਂ ਸੀਟਾਂ, ਮੇਰੀਆਂ SSM ਦੇ ਨਾਲ ਵੀ 2-3 ਮੀਟਿੰਗਾਂ, ਲੜਾਈ ਹੁੰਦੀ ਰਹੀ, ਫਿਰ ਉਹ ਸੋਸ਼ਲ ਮੀਡੀਆ ਤੇ ਚਲੇ ਗਏ। ਤਾਂ ਇਹ ਬਹੁਤ ਛੋਟੀਆਂ ਗੱਲਾਂ। ਸਾਨੂੰ ਚੌਧਰਾਂ ਲਈ ਨਹੀਂ, ਪੰਜਾਬ ਦੀ ਮਿਟ ਰਹੀ ਹੋਂਦ ਲਈ ਲੜਨ ਦੀ ਲੋੜ ਹੈ। ਤਾਂ ਜੇ ਅਸੀਂ ਅੱਜ ਚੌਧਰਾਂ ਲਈ ਲੜਾਂਗੇ ਤਾਂ ਸਾਨੂੰ ਚੌਧਰਾਂ ਸ਼ਾਇਦ ਨਾ ਮਿਲਣ ਤੇ ਪੰਜਾਬ ਵੀ ਗਵਾਚ ਜਾਵੇ। ਪਰ ਜੇ ਅਸੀਂ ਪੰਜਾਬ ਲਈ ਲੜ ਲਈਏ, ਲੋਕਾਂ ਦੇ ਹੱਕਾਂ ਲਈ ਲੜ ਲਈਏ, ਇਨਸਾਫ ਲਈ ਲੜ ਲਈਏ, ਤਾਂ ਚੌਧਰਾਂ ਪਿੱਛੇ ਘੁੰਮਦੀਆਂ ਰਹਿਣਗੀਆਂ। ਇਹ ਸਾਡੇ ਕਿਸਾਨ ਆਗੂਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ, ਜਾਂ ਅੱਜ ਵੀ ਸੋਚਣਾ ਚਾਹੀਦਾ ਹੈ। ਲੱਗਦਾ ਕਿ BJP ਨੇ ਹਾਰੀ ਹੋਈ ਬਾਜੀ ਹਾਰ ਕੇ ਵੀ ਗੇਮ ਨੂੰ ਜਿੱਤ ਲਿਆ, ਜਿਸ ਢੰਗ ਦੇ ਨਾਲ ਖੇਤੀ ਕਾਨੂੰਨ ਰੱਦ ਵੀ ਹੋ ਗਏ,
ਕਿਸਾਨ ਆਗੂਆਂ ਦੀ ਜਿਹੜੀ ਪਾਵਰ ਹੈ ਉਹ ਵੀ ਮੈਨੂੰ ਲੱਗਦਾ ਅੱਧੀ ਤੋਂ ਅੱਧੀ ਕਰਕੇ ਰੱਖ ਦਿੱਤੀ ਹੈ। ਤਾਂ ਉਹ ਜਿਹੜੀਆਂ ਬਾਕੀ ਮੰਗਾਂ ਨੇ ਉਹਨਾਂ ਉੱਤੇ ਵੀ ਇੱਕ ਲੋਲੀਪੌਪ ਕਿਸਾਨਾਂ ਨੂੰ ਤੇ ਕਿਸਾਨ ਆਗੂਆਂ ਨੂੰ ਦੇ ਦਿੱਤਾ, ਕੋਈ ਮੰਨੀਆਂ ਨਹੀਂ ਜਾ ਰਹੀਆਂ, ਨਾ ਕੋਈ ਰਿਸਪੌਂਸ ਕਿਸਾਨਾਂ ਨੂੰ ਇੱਕ ਸਿੰਗਲ ਰਿਸਪੌਂਸ ਵੀ ਨਹੀਂ ਜਿਹੜਾ ਦਿੱਤਾ ਜਾ ਰਿਹਾ ਬੀਜੇਪੀ ਸਰਕਾਰ ਦੇ ਵੱਲੋਂ। ਤੇ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਇੱਕ ਬਹੁਤ ਵੱਡੀ ਧਿਰ ਆਪਣੀ ਖੜੀ ਕਰ ਚੁੱਕੀ ਹੈ। ਦੇਖੋ ਗੱਲ ਇਹ ਹੈ ਵੀ ਜੋ ਬੇਸ ਹੈ, ਬੇਸ ਮੁਤਾਬਕ ਤਾਂ ਅਜਿਹਾ ਨਹੀਂ ਹੋਇਆ, ਕਿਉਂਕਿ ਜਿਹੜੀਆਂ 22 ਧਿਰਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੀ ਉਹਦੇ ਨਾਲੋਂ ਦੁੱਗਣੀ ਨਹੀਂ ਬਲਕਿ ਚੌਗਣੀ ਤਾਕਤ ਰੱਖਣ ਵਾਲੀਆਂ ਜਿਹੜੀਆਂ ਬਾਕੀ ਦੀਆਂ 10 ਜਥੇਬੰਦੀਆਂ ਨੇ ਉਹ ਬੈਠੀਆਂ ਨੇ, ਜਿਨ੍ਹਾਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਡੱਲੇਵਾਲ ਗਰੁੱਪ ਹੈ, ਸਿੱਧੂਪੁਰ ਗਰੁੱਪ ਹੈ, ਡਕੌਂਦਾ ਹੈ, ਜਾਂ ਉਹਦੇ ਤੋਂ ਇਲਾਵਾ ਸਭ ਤੋਂ ਵੱਡਾ ਗਰੁੱਪ ਅਗਰਾਹਾਂ ਹੈ, ਉਹ ਬੈਠੇ ਨੇ। ਪਰ ਸਰਕਾਰ ਜਿਹੜੀ ਹੈਗੀ ਹੈ ਉਹ ਇਸ ਗੱਲ ਨੂੰ ਅਜਿਹਾ ਵਰਤਾਂਤ ਸਿਰਜੇਗੀ ਕਿ ਇਹਨਾਂ ਲੋਕਾਂ ਨੇ ਤਾਂ ਇਲੈਕਸ਼ਨਾਂ ਲੜਨੀਆਂ ਸੀ, ਇਸ ਕਰਕੇ ਇਹਨਾਂ ਨੇ ਅੰਦੋਲਨ ਖੜਾ ਕੀਤਾ ਸੀ, ਗੱਲ ਕੁਛ ਵੀ ਨਹੀਂ ਸੀ, ਤਾਂ ਉਹ ਬੜਾ ਕੁਛ ਕਹਿਣਗੇ। ਬਿਨਾਂ ਸ਼ੱਕ ਅੰਦੋਲਨ ਦੀ ਆਭਾ ਨੂੰ ਵੀ ਸੱਟ ਵੱਜੀ ਹੈ। ਇੱਦਾਂ ਹੋਊਗਾ ਨਾ ਕਿ ਹੁਣ 4 ਮਹੀਨਿਆਂ ਬਾਅਦ ਤੇ ਸਸਪੈਂਡ ਕੀਤਾ ਗਿਆ, 15 ਜਨਵਰੀ ਨੂੰ 4 ਮਹੀਨਿਆਂ ਬਾਅਦ ਤੇ ਸਸਪੈਂਡ ਕੀਤਾ ਗਿਆ। ਅਸੀਂ ਨਹੀਂ ਚਾਹੁੰਦੇ, ਇਹਨਾਂ ਬਾਰੇ ਅਸੀਂ ਕੋਈ ਗੱਲ ਨਹੀਂ ਕਹਿੰਦੇ ਕਿ ਚੋਣਾਂ ਦੇ ਨਤੀਜੇ ਜੋ ਵੀ ਹੋਣ, ਪਰ ਜੇਕਰ ਕਿਸਾਨਾਂ ਦੀ ਪਾਰਟੀ ਚੋਣਾਂ ਹਾਰ ਜਾਂਦੀ ਹੈ ਤਾਂ ਅੱਗੇ ਜਾ ਕੇ ਉਹਨਾਂ ਨੇ ਕਿਹਾ ਕਿ 4 ਮਹੀਨਿਆਂ ਬਾਅਦ ਜੇਕਰ ਆਪਣੀ ਗਲਤੀ ਦਾ ਅਹਿਸਾਸ ਕਰਦੇ ਨੇ ਇਹਨਾਂ ਉੱਤੇ ਜਿਹੜੀ ਵਿਚਾਰ ਉਹ ਕੀਤੀ ਜਾ ਸਕਦੀ ਹੈ, ਵਿਚਾਰ ਕੀਤੀ ਜਾਊਗੀ। ਜੇਕਰ ਹਾਰ ਗਏ, ਇਹਨਾਂ ਨੇ ਮਾਫੀਆਂ ਮੰਗ ਲਈਆਂ, ਤਾਂ ਮੁੜ ਉਹਦੇ ਪਲੇਟਫਾਰਮ ਤੇ ਇੱਕ ਤੇ ਇਕੱਠੇ ਹੋ ਗਏ। ਪਰ ਜਿਹੜਾ ਸਿਆਸੀ ਹੋਣ ਦਾ ਦਾਗ ਹੈ ਉਹ ਤਾਂ ਲੱਗ ਗਿਆ ਨਾ। ਕੱਲ ਨੂੰ ਇਹ ਜਿਹੜੇ ਸਰਕਾਰਾਂ ਨੇ ਉਹ ਤਾਂ ਕਹਿ ਸਕਦੀ ਨੇ ਕਿ ਇਹ ਸਾਡੇ ਸਿਆਸੀ ਵਿਰੋਧੀ ਨੇ। ਬਿਲਕੁਲ, ਬਿਨਾਂ ਸ਼ੱਕ ਇਹ ਇੱਕ ਦਾਗ ਜਿਹੜਾ ਹੈਗਾ ਇਹ ਤੇ ਲੱਗੇਗਾ। ਅਗਰ ਤੇ ਜਿੱਤ ਜਾਂਦੇ, ਮਤਲਬ ਇਹ ਚੋਣਾਂ ਜਿੱਤ ਜਾਣ, ਆਪਾਂ ਹੁਣ ਵੀ ਦੁਆ ਕਰਦੇ ਹਾਂ ਕਿ ਕੋਈ ਇਹੋ ਜਿਹੀ ਮਤਲਬ ਇਹ ਚੰਗੀਆਂ ਗੱਲਾਂ ਕਰਨ ਜਾਂ ਲੋਕਾਂ 'ਚ ਇਸ ਢੰਗ ਦੇ ਨਾਲ ਵਿਚਰਨ ਕਿ ਇਹ ਜਿੱਤ ਜਾਣ। ਅਗਰ ਜਿੱਤ ਜਾਣ ਤਾਂ ਉਹਦੇ ਨਾਲ ਕਿਸਾਨੀ ਅੰਦੋਲਨ ਦੀ ਆਭਾ ਹੋਰ ਵਧੇਗੀ, ਕਿਉਂਕਿ ਇਸ ਗੱਲ ਨੂੰ ਬੜੇ ਧਿਆਨ ਨਾਲ ਤੁਹਾਨੂੰ ਸਮਝਣਾ ਪਏਗਾ ਕਿ ਜੇ ਮੋਦੀ ਨੇ ਬਿੱਲ ਵਾਪਸ ਲਏ ਹੈ ਤਾਂ ਕੇਵਲ ਚੋਣਾਂ ਦੇ ਡਰ ਕਰਕੇ ਲਏ ਸੀ, ਠੀਕ ਹੈ। ਹੁਣ ਚੋਣਾਂ ਦੇ ਡਰ ਨੂੰ ਜੇ ਤੁਸੀਂ ਬਰਕਰਾਰ ਰੱਖਣਾ ਤਾਂ ਪੰਜਾਬ 'ਚ ਲੋਕਾਂ ਦੀ ਸਰਕਾਰ ਬਣਨੀ ਬੇਹੱਦ ਜ਼ਰੂਰੀ ਸੀ। ਅਗਰ ਲੋਕਾਂ ਦੀ ਸਰਕਾਰ ਬਣ ਜਾਂਦੀ ਤੇ ਰਹਿੰਦੀਆਂ ਮੰਗਾਂ ਲਈ ਤੁਹਾਨੂੰ ਕੋਈ ਅੰਦੋਲਨ ਨਹੀਂ ਸੀ ਕਰਨਾ ਪੈਣਾ। ਮੋਦੀ ਅੱਗੇ ਅੱਗੇ ਹੁੰਦਾ ਤੇ ਪੰਜਾਬ ਦੀ ਉਹ ਲੋਕਾਂ ਦੀ ਸਰਕਾਰ ਪਿੱਛੇ ਪਿੱਛੇ ਹੁੰਦੀ, ਉਹ ਜੋ ਕਹਿੰਦੀ ਪੂਰੇ ਹੋਣਾ ਸੀ। ਕਿਉਂਕਿ ਕਿਸੇ ਸ਼ਾਇਰ ਨੇ ਕਿਹਾ, ਅਮਨ ਜੰਗ ਦੀ ਕੁੱਖ ਚੋਂ ਉਪਜਦਾ ਹੈ, ਜਿਹਦਾ ਜ਼ੋਰ ਹੈ ਉਹਦਾ ਸਤਿਕਾਰ ਵੀ ਹੈ। ਸ਼ਰਤ ਸੁਲ੍ਹਾ ਦੀ ਉਦੋਂ ਕੋਈ ਮੰਨਦਾ, ਪਿੱਛੇ ਦੇਖਦਾ ਜਦੋਂ ਤਲਵਾਰ ਵੀ ਹੈ। ਤਾਂ ਲੋਕ ਰਾਜ ਦੇ ਵਿੱਚ ਤਲਵਾਰ ਕੀ ਹੈ? ਕੁਰਸੀ ਹੈ, ਠੀਕ ਹੈ, ਤਾਕਤ ਹੈ। ਸੋ ਉਹ ਜਿਹੜੀ ਤਾਕਤ ਹੈਗੀ ਆ, ਅਗਰ ਉਹ ਹਾਸਲ ਕਰ ਲਈ ਜਾਂਦੀ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਪੰਜਾਬ ਦੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਹੈਗੀਆਂ ਨਾ ਮੰਨੀਆਂ ਜਾਂਦੀਆਂ, ਕਿਉਂਕਿ ਉਹਦਾ ਕਾਰਨ ਸੀ ਪੰਜਾਬ 'ਚ ਲੋਕਾਂ ਦੀ ਸਰਕਾਰ ਬਣਨ ਤੋਂ ਬਾਅਦ ਉਹੀ ਗੱਲ ਹਰਿਆਣੇ 'ਚ ਹੋਣੀ ਸੀ, ਹਿਮਾਚਲ 'ਚ ਹੋਣੀ ਸੀ, ਰਾਜਸਥਾਨ 'ਚ ਹੋਣੀ ਸੀ, ਜਾਂ ਜਿੱਥੇ ਵੀ ਚੋਣਾਂ ਹੋਣੀਆਂ ਸੀ। ਦੇਸ਼ ਦੀ ਸੰਸਦ ਤੱਕ ਲੋਕਾਂ ਦੇ ਪੁੱਜਣ ਦਾ ਇੱਕ ਰਸਤਾ ਦਿਖ ਜਾਣਾ ਸੀ ਲੋਕਾਂ ਨੂੰ ਪੰਜਾਬ ਦੇ ਰਾਹੀਂ। ਤਾਂ ਇਹ ਇੱਕ ਲੋਕਾਂ ਦੀ ਸਰਕਾਰ ਬਣਨ ਦੀ ਜੋ ਲੋਕਾਂ ਦੀ ਇੱਕ ਕਹਿ ਲਓ ਵੀ ਲੋੜ ਸੀ, ਉਹਦਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਕਤਲ ਹੋ ਗਿਆ ਹੈ। ਲੋਕ ਅਧਿਕਾਰ ਲਹਿਰ ਹੁਣ ਕਿੰਨੀਆਂ ਟਿਕਟਾਂ ਤੇ ਚੋਣਾਂ ਲੜੇਗੀ? ਅਸੀਂ ਕੇਵਲ 2 ਟਿਕਟਾਂ ਮਤਲਬ 2 ਜਗ੍ਹਾ 'ਤੇ ਚੋਣਾਂ ਲੜਾਂਗੇ। ਟਿਕਟ ਤੇ ਸਾਨੂੰ ਕੋਈ ਮਿਲੀ ਨਹੀਂ ਹੈ। 2 ਜਗ੍ਹਾ ਦੇ ਉੱਤੇ ਅਸੀਂ ਇੱਕ ਐਕਸਪੈਰੀਮੈਂਟ ਕਰਾਂਗੇ ਲੋਕਾਂ ਦੀਆਂ ਭਾਵਨਾਵਾਂ ਦੇਖਣ ਦਾ। ਤੁਸੀਂ ਲੜੋਗੇ, ਤੁਸੀਂ ਜਾਂ ਰੁਪਿੰਦਰਜੀਤ ਜਾਂ ਕਿਹੜੇ ਹੋਰ ਉਮੀਦਵਾਰ ਨੇ? ਨਹੀਂ, ਅਸੀਂ ਦੋਹਾਂ ਨੇ ਤਾਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਅਸੀਂ ਚੋਣਾਂ ਨਹੀਂ ਲੜਨੀਆਂ। ਲੋਕਾਂ ਨੇ ਜਿਹੜੇ ਉਮੀਦਵਾਰ ਦਿੱਤੇ ਨੇ ਦੋਹਾਂ ਥਾਵਾਂ ਦੇ ਉੱਤੇ, ਉੱਥੇ ਲੜਾਂਗੇ। ਸਾਡੇ ਕੋਲੇ ਪੈਸੇ ਦੀ ਕਮੀ ਵੀ ਹੈ। ਸਾਨੂੰ ਇੱਕ ਗੱਲ ਦਾ ਬਹੁਤ ਵੱਡਾ ਬੈਨੀਫਿਟ ਮਿਲੇਗਾ, ਉਹ ਇਹ ਹੈ ਕਿ ਬਹੁਤ ਸਾਰੇ ਲੋਕ ਜਦੋਂ ਅਸੀਂ ਪਹਿਲਾਂ ਆਏ ਸੀ ਤਾਂ ਉਹ ਕਹਿੰਦੇ ਸੀ ਇਹ ਸਰਕਾਰੀ ਮੁਲਾਜ਼ਮ ਹੈ ਤੇ ਇਹ ਸਰਕਾਰ ਦੇ ਛੱਡੇ ਹੋਏ ਹੈ। ਹੁਣ ਜੇ ਅਸੀਂ ਸਰਕਾਰ ਦੇ ਛੱਡੇ ਹੁੰਦੇ ਤਾਂ ਸਾਡੇ ਫਲੈਕਸ ਲੱਗੇ ਹੁੰਦੇ, ਸਾਡੇ ਕੋਲੇ ਵੱਡੀਆਂ ਗੱਡੀਆਂ ਹੁੰਦੀਆਂ, ਤਾਂ ਸਾਡੇ ਪੋਸਟਰ ਲੱਗੇ ਹੁੰਦੇ, ਅਸੀਂ 50 60 70 ਸੀਟਾਂ ਤੇ ਇਲੈਕਸ਼ਨ ਲੜ ਰਹੇ ਹੁੰਦੇ। ਤਾਂ ਇਹ ਬਿਲਕੁਲ ਜਿਹੜਾ ਹੈਗਾ ਲੋਕਾਂ ਦਾ ਸ਼ੱਕ ਕਲੀਅਰ ਹੋ ਗਿਆ। 2 ਇਸ ਕਰਕੇ ਕਿ ਸਾਡੇ ਕੋਲੇ ਕੋਈ ਸਮਰੱਥਾ ਨਹੀਂ ਹੈ ਵਾਲੀਆਂ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਦੀ। ਹਾਲਾਂਕਿ 14-15 ਥਾਵਾਂ ਦੇ ਉੱਤੇ ਸਾਡੇ ਕੋਲੇ ਹਲਕਾ ਕਮੇਟੀਆਂ ਬਹੁਤ ਮਜ਼ਬੂਤ ਸੀ। ਅਸੀਂ ਤਕਰੀਬਨ 67 ਹਲਕਿਆਂ ਦੇ ਵਿੱਚ ਤਿਆਰੀ ਕੀਤੀ ਸੀ। ਪਰ ਹੁਣ ਬਰਤਾਂਤ ਹੀ ਐਸਾ ਸਿਰਜਿਆ ਗਿਆ ਕਿ ਇੱਕ ਭੰਬਲ ਭੂਸਾ ਹੀ ਐਸਾ ਕ੍ਰੀਏਟ ਕਰ ਦਿੱਤਾ ਗਿਆ। ਦਿਨ ਬਹੁਤ ਥੋੜ੍ਹੇ ਰਹਿ ਗਏ, ਤਾਂ ਸਾਡੇ ਕੋਲੇ ਸਾਧਨਾਂ ਦੀ ਕਮੀ ਹੋਣ ਕਰਕੇ ਜਿਹੜਾ ਹੈਗਾ ਅਸੀਂ ਕੇਵਲ 2 ਸੀਟਾਂ 'ਤੇ ਇਲੈਕਸ਼ਨ ਲੜ ਰਹੇ ਹਾਂ। ਵੱਧ ਸੀਟਾਂ ਦਾ ਲਾਲਚ ਬਹੁਤ ਸਾਰੀਆਂ ਪਾਰਟੀਆਂ ਕਰਦੀਆਂ, ਜਿਵੇਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਫੰਡ ਇਕੱਠੇ ਕੀਤੇ ਜਾਂਦੇ ਨੇ ਚੋਣਾਂ ਦੇ ਨਾਂ 'ਤੇ ਟਿਕਟਾਂ ਦੇ ਲੜਕੇ, ਤਾਂ ਤੁਸੀਂ ਵੀ ਇਕੱਠੇ ਕਰ ਸਕਦੇ। ਜਿਵੇਂ ਤੁਸੀਂ ਕਿਹਾ ਕਿ ਫੰਡਾਂ ਦੀ ਕਮੀ ਹੈ, ਤਾਂ 117 ਦੀ ਜਗ੍ਹਾ 70 'ਤੇ ਵੀ ਤੁਸੀਂ ਲੜਦੇ ਤਾਂ ਬਹੁਤ ਜ਼ਿਆਦਾ ਫੰਡ ਵੀ ਇਕੱਠਾ ਕਰ ਸਕਦੇ।
ਦੇਖੋ ਸਵਾਲ ਇਹ ਹੈ, ਸਾਡੇ ਕੋਲੇ ਤਾਂ ਜਿਹੜੀਆਂ 5-4 ਕਾਰਾਂ ਅਸੀਂ ਹਲਕੇ 'ਚ ਤੋਰੀਆਂ ਉਹਨਾਂ ਦਾ ਤੇਲ ਪੂਰਾ ਨਹੀਂ ਹੁੰਦਾ। ਉਹਦਾ ਵੀ ਇੱਕ ਕਾਰਨ ਹੈ, ਲੋਕ ਉਹਨਾਂ ਨੂੰ ਪੈਸਾ ਦਿੰਦੇ ਆ ਜਿਨ੍ਹਾਂ ਤੋਂ ਉਮੀਦ ਹੋਵੇ ਕਿ ਮਤਲਬ ਇਹ ਕੱਲ੍ਹ ਨੂੰ ਸ਼ਕਤੀ 'ਚ ਆ ਜਾਣਗੇ। ਲੋਕ ਉਹਨਾਂ ਨੂੰ ਪੈਸਾ ਦਿੰਦੇ ਆ ਜਿਨ੍ਹਾਂ ਦੀ ਗੱਲ ਪੂਰੀ ਚੱਲਦੀ ਹੁੰਦੀ ਹੈ। NRI ਵੀ ਬਹੁਤ ਸਾਰੇ NRI ਤਾਂ ਮੈਂ ਉਹਨਾਂ ਨੂੰ ਜਾਤੀ ਤੌਰ 'ਤੇ ਜਾਣਦਾ ਹਾਂ, ਪੋਲੀਟੀਕਲ ਬੰਦਿਆਂ ਦੇ ਨਾਲ ਵਿਚਰਦਿਆਂ ਕਰਦਿਆਂ, ਵੀ ਉਹਨਾਂ ਦੀ ਮੰਗ ਇਹ ਹੁੰਦੀ ਹੈ ਵੀ ਯਾਰ ਸਾਡੇ ਨਾਲ 2 ਦਿਨ ਗਨਮੈਨ ਤੇ ਸਾਡੇ ਨਾਲ ਗੱਡੀ ਜਿਹੜੀ ਹੈਗੀ ਆ ਉਹ ਸਾਨੂੰ ਬਿਠਾਓ ਘੁਮਾਓ, ਹੈ ਨਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ। ਤਾਂ ਹੱਕ ਸੱਚ ਦੀ ਲੜਾਈ ਜਿਹੜੀ ਹੈਗੀ ਹੈ ਉਹ ਲੜਨੀ ਬੜੀ ਮੁਸ਼ਕਲ ਹੁੰਦੀ ਹੈ। ਤਾਂ 1-2 NRI ਭਰਾਵਾਂ ਤੋਂ ਬਗੈਰ ਸਾਨੂੰ ਤਾਂ ਕਿਸੇ ਨੇ ਕੋਈ ਪੈਸਾ ਵੀ ਨਹੀਂ ਦਿੱਤਾ, ਤੇ ਉਹਨਾਂ ਨੇ ਵੀ ਕੋਈ ਬਹੁਤ ਜ਼ਿਆਦਾ ਪੈਸਾ ਨਹੀਂ ਦਿੱਤਾ, ਮਤਲਬ 15-20 ਹਜ਼ਾਰ ਰੁਪਈਆ ਜੇ ਆਪਾਂ ਕਹਿ ਲਈਏ। ਤਾਂ ਅਸੀਂ ਜਿਹੜੀ ਲੜਾਈ ਹੈਗੀ ਆ ਉਹ ਕੁਛ ਹਿਰਦ ਬੰਦੇ ਜਿਹੜੇ ਹੈ ਪੰਜਾਬ ਦੇ ਵਿੱਚ, ਜਿਹੜੇ ਕੋਈ 5-5 ਹਜ਼ਾਰ ਰੁਪਈਆ, ਕੋਈ 1000 ਰੁਪਈਆ ਦੇ ਰਹੇ ਆ, ਅਸੀਂ ਤਾਂ ਉਹਨਾਂ ਦੇ ਨਾਲ ਹੀ ਲੜ ਰਹੇ ਹਾਂ। ਸਾਡੇ ਕੋਲੇ ਕੋਈ ਬਹੁਤੇ ਫੰਡ ਨਹੀਂ ਹੈਗੇ, ਇਸ ਕਰਕੇ ਅਸੀਂ ਬਹੁਤੀਆਂ ਥਾਵਾਂ 'ਤੇ ਨਹੀਂ ਲੜ ਸਕਦੇ ਔਰ ਬਹੁਤੇ ਫਲੈਕਸ ਬੋਰਡ ਨਹੀਂ ਲਾ ਸਕਦੇ। ਅਸੀਂ ਡੋਰ ਟੂ ਡੋਰ ਕੰਪੇਨ ਕਰ ਰਹੇ ਹਾਂ, ਛੋਟੀਆਂ ਨੁੱਕੜ ਮੀਟਿੰਗਾਂ ਕਰ ਰਹੇ ਹਾਂ। ਤਾਂ ਉਹ 2 ਹਲਕਿਆਂ ਦੇ ਵਿੱਚ ਹੀ ਅਸੀਂ ਕਰਦੇ ਹਾਂ। ਬਾਕੀ ਸਾਡਾ ਪੇਜ ਇੱਕ ਚੱਲਦਾ ਲੋਕ ਅਧਿਕਾਰ ਲਹਿਰ ਦਾ, ਲੋਕ ਉਹਨੂੰ ਦੇਖਦੇ ਆ, ਉਹਦੇ ਲਈ ਲੋਕਾਂ ਦੇ ਧੰਨਵਾਦ ਦੀਆਂ, ਮਤਲਬ ਉਹਦੇ ਜ਼ਰੀਏ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ। ਅਖੀਰਲਾ ਸਵਾਲ ਪੁੱਛਣਾ ਚਾਹੁੰਦਾ ਕਿ ਸਿਆਸਤ ਅਮੀਰਾਂ ਦਾ ਖੇਲ ਬਣ ਚੁੱਕੀ ਹੈ। ਆਮ ਘਰਾਂ ਦੇ ਮੁੰਡੇ ਜਾਂ ਗਰੀਬ ਘਰਾਂ ਦੇ ਮੁੰਡੇ ਕੁੜੀਆਂ ਇਸ ਦੇ ਵਿੱਚ ਨਹੀਂ ਆ ਸਕਦੇ। ਉਹ ਪਹਿਲਾਂ ਹੀ ਇਹ ਸੋਚ ਲੈਂਦੇ ਨੇ ਕਿ ਅਸੀਂ ਇੰਨਾ ਖਰਚਾ ਕਿੱਥੋਂ ਕਰਾਂਗੇ। ਬਹੁਤ ਜ਼ਿਆਦਾ ਜਿਹੜੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਚੋਣ ਕਮਿਸ਼ਨ ਨੇ ਵੀ ਜਿਹੜੀ ਇਹ ਰਕਮ ਵਧਾ ਦਿੱਤੀ ਕਿ ਤੁਸੀਂ ਹੁਣ ਵੱਧ ਜਿਹੜਾ ਖਰਚਾ ਉਹ ਕਰ ਸਕਦੇ ਹੋ। ਕੀ ਅਜਿਹੇ ਸਮੇਂ ਦੇ ਵਿੱਚ ਜਾਂ ਆਉਣ ਵਾਲਾ ਕਦੇ ਸਮਾਂ ਅਜਿਹਾ ਹੋਊਗਾ ਕਿ ਚੋਣਾਂ ਆਮ ਲੋਕਾਂ ਦੇ ਘਰਾਂ, ਜਿਹੜੇ ਘਰਾਂ ਦੇ ਮੁੰਡੇ ਕੁੜੀਆਂ ਵਾਸਤੇ ਵੀ ਹੋ ਸਕਣ, ਉਹ ਵੀ ਲੜ ਸਕਣ ਕਦੇ? ਦੇਖੋ ਸਵਾਲ ਇਹ ਹੈ, ਜਦੋਂ ਅਸੀਂ ਅੰਦੋਲਨ ਵਾਂਗ ਚੋਣਾਂ ਲੜਾਂਗੇ ਉਸ ਵੇਲੇ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ। ਦਿੱਲੀ ਦਾ ਕਿਸਾਨ ਅੰਦੋਲਨ ਸੀ ਔਰ ਇਸ ਕਿਸਾਨ ਅੰਦੋਲਨ ਦੇ ਉੱਤੇ ਜਿਹੜਾ ਹੈਗਾ, ਤੁਸੀਂ ਹੈਰਾਨ ਹੋਵੋਗੇ, ਜਦੋਂ ਆਪਾਂ ਟਰੈਕਟਰ ਮਾਰਚ ਕੀਤਾ ਸੀ ਉਦੋਂ 150 ਕਰੋੜ ਰੁਪਏ ਦਾ ਜਿਹੜਾ ਤੇਲ ਹੈ ਉਹ ਇੱਕ ਦਿਨ 'ਚ ਖਰਚਿਆ ਗਿਆ ਸੀ। ਤਾਂ ਇੱਕ ਟਰੈਕਟਰ ਇੱਥੋਂ 10,000 'ਚ ਜਾਂਦਾ ਹੈ, ਦਿੱਲੀੋਂ ਆਉਣ ਜਾਣ ਕਰਦਾ ਹੈ। ਤਾਂ ਸਾਡਾ 1.5 ਲੱਖ ਟਰੈਕਟਰ ਉੱਥੇ ਗਿਆ। ਸੋ ਅਜਿਹੀ ਕੋਈ ਗੱਲ ਨਹੀਂ ਹੈ ਕਿ ਇਹ ਚੋਣਾਂ ਨਾ ਲੜੀਆਂ ਜਾਣ ਜਾਂ ਆਮ ਲੋਕ ਚੋਣਾਂ ਨਾ ਲੜ ਸਕਣ। ਅਸੀਂ ਉਹਦੇ ਲਈ 21 ਫਰਵਰੀ ਤੋਂ ਹੀ ਤਿਆਰੀ ਸ਼ੁਰੂ ਕਰਾਂਗੇ। ਸਾਡੇ ਕੋਲੋਂ ਬਹੁਤ ਗਲਤੀਆਂ ਹੋਈਆਂ, ਬਾਕੀ ਨਾਲ ਪੈਰਲਲ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਹਦੇ ਕਰਕੇ ਅਸੀਂ ਮਜ਼ਬੂਤ ਬਹੁਤਾ ਨਹੀਂ ਹੋ ਸਕੇ। ਅਸੀਂ ਹੁਣ ਬਲਾਕ ਕਮੇਟੀਆਂ ਦੇ ਵਿੱਚ ਨੁਮਾਇੰਦੇ ਚੁਣਾਂਗੇ, ਠੀਕ ਹੈ। ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਸਮਾਂ ਲਾਵਾਂਗੇ ਔਰ ਹਰ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਇੱਕ 5-5, 10-10 ਮੈਂਬਰੀ ਕਮੇਟੀ ਬਣਾਵਾਂਗੇ ਔਰ ਇਸੇ ਤਰ੍ਹਾਂ ਜ਼ਿਲ੍ਹੇ 'ਚ ਬੰਦੇ ਲਾਏ ਜਾਣਗੇ। ਤਾਂ ਲਗਾਤਾਰ ਇਹਨੂੰ ਮਜ਼ਬੂਤ ਕਰਦੇ ਜਾਵਾਂਗੇ। ਜਦੋਂ ਲੋਕ ਇਕੱਠੇ ਹੋ ਜਾਣਗੇ ਫਿਰ ਇਹ ਇਲੈਕਸ਼ਨਾਂ, ਮਤਲਬ ਉਮੀਦਵਾਰ ਨੂੰ ਖਰਚ ਨਹੀਂ ਕਰਨਾ ਪਏਗਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਚੋਣਾਂ ਤੋਂ ਮਗਰੋਂ ਇੱਕ ਵਾਰ ਪੰਜਾਬ ਫਿਰ ਸੰਕਟ ਦੇ ਮੂੰਹ 'ਚ ਜਾਏਗਾ। ਤਨਖਾਹਾਂ ਨਹੀਂ ਦਿੱਤੀਆਂ ਜਾ ਸਕਣਗੀਆਂ ਕਿਉਂਕਿ ਜਿੰਨਾ ਕਰਜ਼ਾ ਹੈਗਾ ਸੂਬੇ ਦੇ ਸਿਰ 'ਤੇ, ਲੋਕਾਂ ਨੂੰ ਜਿਹੜੀਆਂ ਸਹੂਲਤਾਂ ਇਹਨਾਂ ਨੇ ਐਲਾਨੀਆਂ ਹੋਈਆਂ ਆ, ਜਿਹੜੀਆਂ ਮਿਲ ਰਹੀਆਂ ਹੁਣ 1500 ਰੁਪਈਆ ਮਹੀਨਾ ਪੈਨਸ਼ਨ, ਉਹ ਦੇਣੀ ਵੀ ਸੰਭਵ ਨਹੀਂ ਹੋਏਗੀ। ਸੋ ਲੋਕਾਂ ਦੀ ਸੂਝ ਦੇ ਵਿੱਚ ਹੋਰ ਵਾਧਾ ਹੋਏਗਾ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਲੋਕ ਇਸ ਵਾਰ ਵੀ ਤਿਆਰ ਸੀ। ਆਗੂਆਂ ਨੇ ਕੋਈ ਉਹ ਜਰਨੈਲੀ ਸੜਕ ਨਹੀਂ ਬਣਾਈ ਜਿਹਦੇ 'ਤੇ ਲੋਕ ਮਤਲਬ ਉਹ ਲਿੰਕ ਰੋਡਾਂ ਨੂੰ ਛੱਡ ਦਿੰਦੇ। ਲੋਕਾਂ ਕੋਲੇ ਅੱਜ ਮਜਬੂਰੀ ਹੈ ਕਿ ਉਹਨਾਂ ਨੂੰ ਅੱਗੇ ਕੋਈ ਜਰਨੈਲੀ ਸੜਕ ਨਹੀਂ ਨਜ਼ਰ ਆ ਰਹੀ। ਇਸੇ ਕਰਕੇ ਇੱਕ ਹੰਗ ਅਸੈਂਬਲੀ ਬਣੇਗੀ ਔਰ ਸਾਡਾ ਯਤਨ ਹੈ ਕਿ SSM ਦੇ ਕੋਈ 10-15 ਬੰਦੇ ਜਿੱਤ ਜਾਣ ਤਾਂ ਕਿ ਉਹ ਇੱਕ ਚੂਲ ਦਾ ਕੰਮ ਕਰ ਸਕਣ। ਕੋਈ ਵੀ ਸਰਕਾਰ ਬਣੇ ਉਹ ਬਾਹਰੋਂ ਉਹਦੀ ਹਮਾਇਤ ਕਰਕੇ ਪੰਜਾਬ ਦੀ ਸ਼ਰਤ 'ਤੇ ਹਮਾਇਤ ਕਰਨ, ਲੋਕਾਂ ਦੀਆਂ ਮੁਸ਼ਕਲਾਂ ਦੀ ਸ਼ਰਤ 'ਤੇ ਹਮਾਇਤ ਕਰਨ। ਤਾਂ ਕੁਛ ਚੰਗਾ ਜਿਹੜਾ ਹੈਗਾ ਇਹਦੇ 'ਚੋਂ ਕੱਢਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਕੋਈ ਅੱਛਾ ਹੋਏਗਾ। ਧੰਨਵਾਦ। ਤਾਂ ਗੱਲਬਾਤ ਕੀਤੀ ਹੈ ਬਲਵਿੰਦਰ ਸਿੰਘ ਜੀ ਦੇ ਨਾਲ। ਲੋਕ ਅਧਿਕਾਰ ਲਹਿਰ ਜਿਹੜੀ ਕੁਝ ਆਦਰਸ਼ਾਂ ਨੂੰ ਲੈ ਕੇ ਚੱਲੀ ਹੈ ਸਿਆਸਤ ਦੇ ਵਿੱਚ, ਉਹਨਾਂ ਆਦਰਸ਼ਾਂ ਨੂੰ ਲੈ ਕੇ ਆਉਣਾ ਚਾਹੁੰਦੀ ਹੈ, ਅੱਜ ਵੀ ਉਹਨਾਂ ਆਦਰਸ਼ਾਂ ਦੇ ਉੱਤੇ ਖੜੀ ਹੈ। ਟਿਕਟਾਂ ਨੇ ਜਿਹੜੀਆਂ ਸਿਰਫ 2 ਐਲਾਨੀਆਂ ਜਾ ਰਹੀਆਂ ਨੇ। ਇੱਕ ਇਹ ਵੱਡੀ ਖਾਸੀਅਤ ਹੈ ਕਿ ਅਕਸਰ ਰਾਜਨੀਤਿਕ ਪਾਰਟੀਆਂ ਜ਼ਿਆਦਾ ਟਿਕਟਾਂ ਐਲਾਨ ਦਿੰਦੀਆਂ ਨੇ ਕਿਉਂਕਿ ਵੋਟਾਂ ਦੇ ਦੌਰਾਨ ਫੰਡ ਵੀ ਇਕੱਠੇ ਕੀਤੇ ਜਾਂਦੇ ਨੇ, ਪੈਸਾ ਵੀ ਬਹੁਤ ਬਣਾਇਆ ਜਾਂਦਾ। ਪਰ ਲੋਕ ਅਧਿਕਾਰ ਲਹਿਰ ਸਿਰਫ 2 ਟਿਕਟਾਂ ਐਲਾਨ ਰਹੀ ਹੈ ਅਤੇ ਬਲਵੀਰ ਸਿੰਘ ਰਾਜੇਵਾਲ ਦੇ ਨਾਲ ਆਖਰ ਜਿਹੜੀ ਸਮਝੌਤਾ ਹੈ ਉਹ ਕਿਉਂ ਟੁੱਟਿਆ ਉਹਨਾਂ ਉੱਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਤਾਂ ਤੁਸੀਂ ਦੇਖਦੇ ਰਹੋ KTV UK। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।